महसूस भाई चढ़ती कला जा रहे हैं, जित के जा रहे हैं, फकर महसूस हो रहा है, कोई डर नहीं, कोई खौफ नहीं। किसान संघर्ष ਜਿਹੜਾ ਉਹ ਫਤਿਹ ਹੋ ਚੁੱਕਿਆ ਹੈ। ਪਹਿਲਾ ਪੜਾਅ ਜਿਹੜਾ ਦਿੱਲੀ ਬਾਰਡਰਾਂ ਤੇ ਸੀਗਾ, ਕਿਸਾਨ ਫਤਿਹ ਮਾਰਚ ਕਰਕੇ ਆਪਣੇ ਪਿੰਡਾਂ ਨੂੰ ਤੁਰ ਚੁੱਕੇ ਆ। ਪਰ ਕਿਸਾਨਾਂ ਦੀਆਂ ਰੋਜ਼ਮਰਾ ਦੀਆਂ ਲੋੜਾਂ, ਲੰਗਰ ਦਾ, ਸਿਹਤ ਸਹੂਲਤ, ਸੌਣ ਦਾ, ਬੈਠਣ ਦਾ, ਉੱਠਣ ਦਾ, ਬਾਥਰੂਮ ਦਾ, ਨਹਾਉਣ ਦਾ, ਬਹੁਤ ਸਾਰੀਆਂ ਲੋੜਾਂ ਜਿਹੜੀਆਂ ਕਿਸਾਨ ਹੀ ਨਹੀਂ ਬਲਕਿ ਹੋਰ ਜਿਹੜਾ ਕਾਰੋਬਾਰਾਂ ਦੇ ਨਾਲ, ਹੋਰ ਜਿਹੜਾ ਕਿ ਕਿੱਤਿਆਂ ਦੇ ਨਾਲ ਜੁੜੇ ਹੋਏ ਲੋਕਾਂ ਨੇ ਪੂਰੀਆਂ ਕੀਤੀਆਂ। ਸਾਡੇ ਨਾਲ ਲਾਈਫ ਕੇਅਰ ਫਾਊਂਡੇਸ਼ਨ ਜਿਹੜਾ ਕਿਸਾਨ ਹਸਪਤਾਲ ਸੀਗਾ ਸਿੰਘੂ ਕੁੰਡਲੀ ਬਾਰਡਰ ਤੇ, ਉਹਦੀ ਪੂਰੀ ਦੀ ਪੂਰੀ ਟੀਮ ਮੌਜੂਦ ਹੈ। ਉਹ ਆਪ ਜਿਹੜਾ ਹੈਗਾ ਸਫਾਈਆਂ ਕਰ ਰਹੇ, ਆਪਣਾ ਸਮਾਨ ਸਾਂਭ ਰਹੇ ਆ। ਤਾਂ ਸਾਡੇ ਨਾਲ ਅਵਤਾਰ ਬਾਈ ਹਾਜ਼ਰ, ਅਸੀਂ ਵੀ ਨੇਰੇ ਸਵੇਰੇ ਇਹਨਾਂ ਕੋਲ ਆਉਂਦੇ ਹੁੰਦੇ ਸੀ, ਮਿਲਦੇ ਹੁੰਦੇ ਸੀ। ਬਾਈ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਨਾਲ ਸਾਡੇ ਅੰਕਲ ਜੀ ਜਿਨ੍ਹਾਂ ਨੂੰ ਪੂਰੀ ਦੁਨੀਆ ਨੇ ਵੇਖਿਆ, ਕਈ ਗੀਤਾਂ ਹੀ ਦੇਖਿਆ ਵੀ ਖਬਰ ਤੁਸੀਂ ਬਾਅਦ ਚਲਾ ਲਓ, ਪਹਿਲਾਂ ਪ੍ਰਸ਼ਾਦਾ ਸ਼ੁਕਰ ਉਹ ਵੀ ਹੈਗੇ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੀ ਸਾਰੀ ਟੀਮ, ਡਾਕਟਰ ਸਾਹਿਬਾਨ ਜਿਨ੍ਹਾਂ ਦਾ ਅਸੀਂ ਦੇਣਾ ਹੀ ਨਹੀਂ ਦੇ ਸਕਦੇ, ਮਤਲਬ ਬਹੁਤ ਸਾਰੀਆਂ ਕੀਮਤੀ ਜਾਨਾਂ ਦੀ ਇੱਥੇ ਉਹ ਸਾਂਭ ਸੰਭਾਲ ਕਰਨ ਵਾਲੇ। ਕਿਤੇ ਦੁੱਖ ਸੁੱਖ ਹੁੰਦਾ ਸੀਗਾ, ਢਿੱਲੇ ਮਿੱਸੇ ਹੋ ਜਾਣਾ, ਐਂਬੂਲੈਂਸ 'ਚ ਪਾ ਕੇ ਲੈ ਕੇ ਆਉਣਾ, ਇਹਨਾਂ ਨੇ ਨਾਲ ਦੀ ਨਾਲ ਭੱਜ ਭੱਜ ਕੇ ਸੇਵਾ ਕਰਨੀ। ਹੁਣੇ ਚੱਲੇ ਆ ਇਹ ਦਿੱਲੀ ਦੇ ਨੈਸ਼ਨਲ ਹਾਈਵੇ, ਔਰ ਇਹਨਾਂ ਦੀਆਂ ਯਾਦਾਂ ਸਾਡੇ ਨਾਲ ਵੀ ਰਹਿਣਗੀਆਂ। ਤਾਂ ਬਾਈ ਚੱਲੇ ਹੋ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਮਹਿਸੂਸ ਕਿਵੇਂ ਜੇ ਹੋ ਰਿਹਾ? महसूस भाई चढ़ती कला जा रहे हैं, जित के जा रहे हैं, फकर महसूस हो रहा है, कोई डर नहीं, कोई खौफ नहीं, ਨਿਰਭਉ ਨਿਰਵੈਰ, ਸਾਨੂੰ ਕਿਸੇ हाँ जी। ਸੋ ਇਹ ਵੀ ਬੜੀ ਸਾਡੀ ਪੂਰੀ ਜਿਵੇਂ ਫਤਿਹ ਮਿਸ਼ਨ ਪੂਰੀ 11 ਤਰੀਕ ਨੂੰ ਪੂਰਾ ਹੀ ਸਾਡਾ ਕਿਸਾਨ ਸੰਘਰਸ਼ ਪੂਰਾ ਮਤਲਬ ਜੋ ਪੂਰਾ ਜਨੂੰਨ ਨਾਲ ਸਾਰਾ ਦਿੱਲੀ ਤੱਕ ਆਪਣਾ ਅੰਮ੍ਰਿਤਸਰ ਦਰਬਾਰ ਸਾਹਿਬ ਤੱਕ ਗਏ ਆ। ਸੋ ਅਸੀਂ ਵੇਟ ਕਰ ਰਹੇ ਸੀ ਪਿੱਛੋਂ ਵੀ ਜੇ ਕਿਸੇ ਨੂੰ ਕੋਈ ਸੱਟ ਫੇਟ ਲੱਗ ਜਾਂਦੀ ਹੈ ਤਾਂ ਅਸੀਂ ਰੁਕ ਕੇ ਜਾਵਾਂਗੇ। ਤਾਂ ਅਸੀਂ ਕੱਲ੍ਹ ਨਿਕਲਣਾ ਹੈ ਸਵੇਰੇ, ਹੁਣ ਤੱਕ ਪਿੱਛੇ ਤੱਕ ਸਾਰੇ ਨਿਕਲ ਚੁੱਕੇ ਆ। ਸੋ ਅੱਗੇ ਵੀਰ ਅਜੀਤਪਾਲ ਮਿੱਟੀ ਐਡ ਵਾਲੇ ਤੇ ਬਾਈ ਜਤਿੰਦਰ ਭਾਜੀ ਜਿਨ੍ਹਾਂ ਦੀ ਛੰਨ ਸੀਗੀ ਇਹ, ਤੇ ਆਪਣਾ ਸਾਂਝੀ ਸੱਤ ਵਾਲੇ ਭਾਜੀ, ਅਸੀਂ ਸਾਰੇ ਸਵੇਰੇ ਇਕੱਠੇ ਤੁਰ ਰਹੇ ਆ। ਸੋ ਨਾਲ ਸਾਡੀ ਪੂਰੀ ਟੀਮ, ਬਾਈ ਭਰਪੂਰ ਸਿੰਘ ਸਵੱਛ ਕਿਸਾਨ ਮੋਰਚੇ ਤੋਂ, ਗੁਰਜੀਤ ਬਾਈ, ਡਾਕਟਰ ਰਣਜੀਤ ਸਿੰਘ, ਸਤਨਾਮ ਸਿੰਘ, ਬਾਈ ਅਮਰਜੀਤ ਸਿੰਘ ਜੀ ਨੂੰ ਤੁਸੀਂ ਜਾਣਦੇ ਹੀ ਹੋ। ਸੋ ਇੱਕ ਟੀਮ ਇੱਥੇ ਹੀ, ਇੱਕ ਪਰਿਵਾਰ ਬਣਿਆ ਸ਼ੁਰੂ ਤੋਂ। ਜਿਵੇਂ ਆਪਾਂ ਗੱਲ ਕਰਦੇ, ਸਭ ਤੋਂ ਪਹਿਲਾਂ ਮੈਨੂੰ ਮੋਰਚੇ 'ਚ ਅੰਕਲ ਜੀ ਹੀ ਮਿਲੇ। ਮੈਂ ਉਹੀ ਗੱਲ ਸ਼ੁਰੂ ਕਰਦਾ ਸੀ। ਹੁਣ ਅੱਜ ਤਾਂ ਉਹ ਦੇਣਾ ਵੀ ਜਾਣਾ, ਸਵੇਰੇ ਜਾਣਾ, ਅੱਜ ਜਾਣਾ, ਇੱਕੋ ਗੱਲ ਆ। ਹੁਣ ਤਾਂ ਜਾਣ ਦਾ ਸਮਾਂ ਆ ਗਿਆ। ਪਰ ਜਦੋਂ ਆਏ ਸੀ ਅੰਕਲ ਜੀ ਦਾ ਚਿਹਰਾ ਬਹੁਤ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ, ਮੀਡੀਆ ਦੇ ਨਾਲ ਉਹ ਸਬੱਬ ਬਣਿਆ। ਉਹ ਡਾਇਲੌਗ ਜਿਹੜਾ ਸੀਗਾ ਕੁਦਰਤੀ, ਜਿੱਦਾਂ ਇੱਕ ਕੁਛ ਹੁੰਦੀਆਂ ਨਾ ਗੱਲਾਂ, ਉਹ ਦਿਲ 'ਚ ਵਸ ਜਾਂਦੀਆਂ। ਔਰ ਉਦੋਂ ਵਾਕਿਆ ਸਿਚੁਏਸ਼ਨ ਸੀ ਵੀ ਉਹ ਰੋਟੀ ਹਜੇ ਪੱਕੀ ਨਹੀਂ ਸੀ, ਕਈਆਂ ਨੇ ਟਰਾਲੀਆਂ 'ਚੋਂ ਰਾਸ਼ਨ ਲਾਇਆ ਨਹੀਂ ਸੀ, ਫੌਜਾਂ ਨੇ ਉਤਾਰੇ ਨਹੀਂ ਸੀ ਕੀਤੇ, ਚੁੱਲ੍ਹੇ ਨਹੀਂ ਸੀ ਬਣੇ, ਫਿਰ ਤਾਂ ਬੈਰੀਕੇਡਾਂ ਦੇ ਚੁੱਲ੍ਹੇ ਬਣਾ ਲਏ, ਬੜਾ ਕੁਛ ਹੋ ਗਿਆ। ਤਾਂ ਸਭ ਤੋਂ ਪਹਿਲਾਂ ਤੁਹਾਡੇ ਮਨ 'ਚ ਕਿਵੇਂ ਆਈ ਵੀ ਇੱਥੇ ਹਸਪਤਾਲ ਬਣਨਾ ਚਾਹੀਦਾ? ਕਿੱਦਾਂ ਲੋੜ ਮਹਿਸੂਸ ਹੋਈ? ਤੁਸੀਂ ਪਿੱਛੋਂ ਸੋਚ ਕੇ ਹੀ ਆਏ ਸੀ ਵੀ ਐਡਾ ਵੱਡਾ ਉੱਥੇ ਪੱਕੇ ਪ੍ਰਬੰਧ ਕੀਤੇ ਜਾਣਗੇ, ਜਾਂ ਆਰਜੀ ਤੌਰ ਤੇ? ਉਹ ਸਾਡੇ ਸ਼ੁਰੂਆਤ ਤੁਹਾਡਾ ਕਿਵੇਂ ਹੋਇਆ ਸੀ? ਨਹੀਂ, ਮੈਂ ਤੇ ਆ ਮੁੰਡਾ ਸਾਡਾ ਸਾਦਿਕ ਮੁਹੰਮਦ, ਹਾਂਜੀ ਬਾਈ। ਤੇ ਇਹ ਆਇਆ ਸੀ ਮੇਰੇ ਨਾਲ। ਆਪਾਂ ਸਟਾਰਟਿੰਗ 'ਚ ਆਏ ਸੀ ਤਾਂ 2 ਦਿਨ ਦਾ ਕੈਂਪ ਲਾਇਆ ਆਪਾਂ। ਅੱਛਾ। ਤਾਂ ਉਦੋਂ ਲੈਬ ਤੇ ਸਾਡੀ ਲੈਬ ਵੀ ਹੈਗੀਆਂ, ਟੈਸਟ ਕਰਨੇ ਸ਼ੁਰੂ ਕਰਤੇ ਟਰਾਲੀਆਂ ਤੇ ਜਾ ਕੇ। ਸ਼ੂਗਰ ਬੜੀ ਜ਼ਿਆਦਾ ਹਾਈ ਆਉਂਦੀ ਸੀ, ਬੀਪੀ ਬੜਾ ਹਾਈ ਆਉਂਦਾ ਸੀ, ਕਿਉਂਕਿ ਬਹੁਤ ਦਿਨ ਤੋਂ ਜਦੋਂ ਹਫਤਾ ਨਿਕਲ ਚੁੱਕਿਆ ਸੀਗਾ, 2 ਦਿਨ ਤੋਂ ਬਾਅਦ ਹੋਰ ਮਨ ਲੱਗ ਗਿਆ ਵੀ ਹੋਰ ਰੁਕਿਆ ਜਾਏ ਇੱਥੇ। ਤਾਂ ਫਿਰ ਉਹ ਹੌਲੇ ਹੌਲੇ ਕਰਦੇ ਇੱਕ ਛੋਟਾ ਜਿਹਾ ਸਟੂਲ ਬੈਂਚ ਤੇ ਅਸੀਂ ਕੈਂਪ ਲਾਇਆ ਸੀ ਸਟੇਜ ਦੇ ਨੇੜੇ ਹੀ। ਸੋ ਉੱਥੇ ਇੱਕ ਬਜ਼ੁਰਗ ਨੂੰ ਦੌਰਾ ਪੈਂਦਾ ਤੇ ਉਹ ਡਿੱਗ ਪੈਂਦੇ ਆ। ਸੋ ਇੱਕਦਮ ਹੀ ਸਮਝ ਨਹੀਂ ਆਉਂਦਾ ਵੀ ਕੀ ਕਰੀਏ। ਤਾਂ ਅਸੀਂ ਉਹਨਾਂ ਨੂੰ ਆਪਣੀ ਗੱਡੀ 'ਚ ਹੀ ਨਵਲ ਹਸਪੀਟਲ ਲੈ ਕੇ ਗਏ। ਸੋ ਤੁਹਾਡੇ ਚੈਨਲ ਰਾਹੀਂ ਮੈਂ ਨਵਲ ਹਸਪੀਟਲ ਦਾ ਵੀ ਧੰਨਵਾਦ ਕਰਦਾ। ਜਿੰਨਾ ਵੀ ਟ੍ਰੀਟਮੈਂਟ ਉੱਥੇ ਹੋਇਆ ਕਿਸਾਨ ਭਰਾਵਾਂ ਦਾ, ਉਹਨਾਂ ਨੇ ਵੀ ਫ੍ਰੀ ਆਫ ਕਾਸਟ ਕਦੇ ਰੁਪਈਆ ਨਹੀਂ ਲਿਆ, ਪ੍ਰਾਈਵੇਟ ਹਸਪੀਟਲ ਹੋਣ ਦੇ ਬਾਵਜੂਦ। ਸੋ ਉਸ ਤੋਂ ਬਾਅਦ ਮੈਂ ਜ਼ਰੂਰਤ ਇਹ ਸਮਝੀ ਕਿ ਹਸਪੀਟਲ ਇੱਕ ਮੋਰਚੇ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ, ਭਾਵੇਂ 2 ਬੈੱਡ ਦਾ ਹੋਏ, ਭਾਵੇਂ 4 ਬੈੱਡ ਦਾ ਹੋਏ। ਸੋ 4 ਬੈੱਡ ਦੇ ਹਸਪੀਟਲ ਤੋਂ ਸਟਾਰਟ ਕੀਤਾ, ਤਾਂ ਹੌਲੇ ਹੌਲੇ ਉਹਨੂੰ ਫਿਰ 10 ਬੈੱਡ ਤੱਕ ਕਰਨ ਦੀ ਜ਼ਰੂਰਤ ਪੈ ਗਈ, ਕਿਉਂਕਿ ਇਹ ਸਟੇਜ ਦਾ ਆਪਣੀ ਜੋ ਇੱਧਰ ਪੂਰਾ 10 ਕਿਲੋਮੀਟਰ ਇਹ, ਤੇ ਜੋ ਪਿੱਛੇ ਵਾਲੀ ਸਟੇਜ ਵੀ ਸੀਗੀ ਪੰਨੂ ਪੰਧੇਰ ਵਾਲੀ, ਉਧਰੋਂ ਵੀ ਸਾਰੀ ਜੋ ਸੰਗਤ ਸੀਗੀ, ਕਿਸੇ ਨੂੰ ਵੀ ਕੋਈ ਦਿੱਕਤ ਹੁੰਦੀ ਸੀ ਉਹ ਇੱਧਰ ਹੀ ਆਉਂਦੇ ਸੀ, ਚਾਹੇ ਦਿਨ ਹੋਏ ਚਾਹੇ ਰਾਤ ਹੋਏ। ਤੇ ਨਾਲ ਨਾਲ ਲੋਕਲ ਪੀਪਲ ਜਿੰਨੇ ਵੀ ਇੱਥੇ ਲੋਕਲ ਵਸਿੰਦੇ ਸੀ, ਕਿਸੇ ਨੂੰ ਕੋਈ ਤਕਲੀਫ ਹੋਣੀ ਦੇਰ ਬਰਾਤ ਰਾਤ ਕਦੋਂ ਵੀ, ਤਾਂ ਉਹ ਹਸਪੀਟਲ ਹੀ ਆਉਂਦੇ ਸੀ। ਤਾਂ ਅਸੀਂ ਜਿੱਥੇ ਵੀ ਜਾਈਏ ਸਰੀਰ ਦੇ ਨਾਲ ਹੀ ਹੈ ਨਾ ਢਿੱਲ ਮਿੱਸ ਵੀ ਬਣੀ ਆ, ਬੰਦਾ ਢਿੱਲਾ ਮਸਾ ਹੋ ਹੀ ਜਾਂਦਾ। ਤਾਂ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਭਰਪੂਰ ਸਿੰਘ ਜੀ ਹੈਗੇ, ਅੰਕਲ ਜੀ ਹੈਗੇ, ਕਿਸੇ ਨਾਲ ਵੀ ਯਾਦਾਂ ਤਾਜ਼ੀਆਂ ਕਰਾਂਗੇ। ਤਾਂ ਅੰਕਲ ਜੀ, ਤੁਸੀਂ ਉਹ ਤੁਹਾਡਾ ਡਾਇਲੌਗ ਜਦੋਂ ਪਹਿਲੇ ਦਿਨ ਅਸੀਂ ਆਏ ਸੀ, ਉਦੋਂ ਤੋਂ ਪਹਿਲਾਂ ਲੋਕਾਂ ਦੇ ਨਾਲ ਇੰਨੀ ਸਾਂਝ ਸੀ ਜਾਂ ਇਸ ਤਰ੍ਹਾਂ ਨਾਮ ਸੀਗਾ, ਬੜਾ ਮਾਣ ਸਤਿਕਾਰ ਵੀ ਮਿਲਿਆ, ਕਿਵੇਂ ਲੱਗਦਾ? ਇਹ ਉਹ ਅਕਾਲ ਪੁਰਖ ਦਾ ਹੀ ਆ ਮਾਨ ਸਨਮਾਨ, ਬੰਦੇ ਦੇ ਕੁਛ ਹੱਥ ਵਸ ਨਹੀਂ ਹੈ। ਜਿਸ ਤਰ੍ਹਾਂ ਮਹਾਰਾਜ ਕਹਿੰਦੇ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ, ਉਹਦੀ ਸੇਵਾ ਸੀ, ਉਹਨੇ ਆਪਣੀ ਸੇਵਾ ਲਈ। ਔਰ 1 ਸਾਲ ਪੂਰਾ ਮੋਰਚੇ ਦੇ ਉੱਤੇ
ਉਹਨੇ ਆਪਣੀਆਂ ਸੇਵਾ ਲਈਆਂ ਔਰ ਦਾਸ ਨੂੰ ਮੌਕਾ ਦਿੱਤਾ ਸੇਵਾ ਕਰਨ ਦਾ। ਕੋਈ ਮਾਣ ਨਹੀਂ ਹੈ ਵੀ ਮੇਰੇ 'ਚ ਬੜੀ ਤਕੜੀ ਔਕਾਤ ਹੈ, ਮੈਂ ਤਾਂ ਇੱਕ ਗਲੀ ਦੇ ਕੀੜੇ ਦੇ ਬਰਾਬਰ, ਨਾਲੀ ਦੇ ਕੀੜੇ ਦੇ ਬਰਾਬਰ ਸੀ। ਇਹ ਤੇ ਵੱਡੇ ਬੰਦੇ ਹੁੰਦੇ ਆ, ਚਲੋ ਨਿਮਰਤਾ ਹੋਣੀ ਬਹੁਤ ਜ਼ਰੂਰੀ ਆ, ਗੁਰੂ ਭਲੀ ਕਰੇ। ਤਾਂ ਇੱਕ ਮੈਨੂੰ ਦੱਸੋ, ਤੁਹਾਡੀ ਇਹ ਹਸਪਤਾਲ ਵਾਲੇ ਭਾਊਆਂ ਨਾਲ ਕਿਵੇਂ ਸਾਂਝ ਬਣੀ? ਥੋੜੀ ਜੀ ਲੰਬੀ ਸਟੋਰੀ ਬਣ ਜਾਂਦੀ ਆ। ਜ਼ਰੂਰ ਦੱਸੋ ਜ਼ਰੂਰ। ਜਿਸ ਦਿਨ ਹਸਪਤਾਲ ਦੇ ਵਿੱਚ ਸੀ, ਆਪਣੇ ਬੈਰੀਅਰ ਲੱਗਾ ਹੁੰਦਾ ਸੀ ਖਾਲਸਾ ਏਡ ਤੇ, ਹਾਂਜੀ ਹਾਂਜੀ, ਤੇ ਖਾਲਸਾ ਏਡ ਦੇ ਬੈਰੀਅਰ ਤੋਂ ਅੱਗੇ ਸੰਗਤ ਨੂੰ ਆਉਣ ਨਹੀਂ ਸੀ ਦਿੰਦੇ 8 ਵਜੇ ਤੋਂ ਬਾਅਦ, ਸਟੇਜ ਵੱਲ ਨੂੰ ਨਹੀਂ ਆਉਣੇ। ਸਾਡੇ ਸੰਗਤ ਟੀਵੀ ਵਾਲੇ ਉਹਨਾਂ ਦੇ ਫਾਊਂਡਰ ਸੀਗੇ ਆਏ ਹੋਏ, ਉਹਨਾਂ ਨੂੰ ਕੁਝ ਪ੍ਰੋਬਲਮ ਸੀਗੀ ਸਾਹ ਦੀ, ਤੇ ਉਹ ਕਹਿੰਦੇ ਨਹੀਂ ਗੱਡੀ ਨਹੀਂ ਜਾਣੀ ਅੱਗੇ ਜੀ। ਮੈਂ ਕਿਹਾ ਨਹੀਂ ਵੀ ਗੱਡੀ ਤਾਂ ਨਹੀਂ ਜਾਣੀ, ਤਾਂ ਨਹੀਂ ਜਾਣੀ। ਸੋ ਮੈਂ ਤੁਹਾਨੂੰ ਇਸ ਤਰ੍ਹਾਂ ਕਰਦਾ, ਮੈਂ ਮੋਟਰਸਾਈਕਲ ਦੇ ਉੱਤੇ ਬਿਠਾ ਕੇ ਤੇ ਮੈਂ ਲੈ ਜਾਣਾ। ਮੈਂ ਮੋਟਰਸਾਈਕਲ ਤੇ ਬਿਠਾ ਕੇ ਲਿਆਇਆ ਤੇ ਡਾਕਟਰ ਅਵਤਾਰ ਸੇ ਡਾਕਟਰ ਸਾਹਿਬ ਨੂੰ ਕਿਹਾ, ਮੈਂ ਡਾਕਟਰ ਸਾਹਿਬ ਇਹਨਾਂ ਨੂੰ ਅਸਥਮਾ ਦੀ ਪ੍ਰੋਬਲਮ ਆ, ਅਟੈਕ ਆਇਆ ਅਸਥਮਾ ਦਾ, ਤੇ ਕਹਿੰਦੇ ਵੀ ਨਿਮੋਲਾਈਜ਼ ਕਰ ਦਿੰਦੇ ਨਾ, ਸਟੀਮ ਦੇ ਕੇ ਇਹਨਾਂ ਨੇ ਉਹਨੂੰ ਠੀਕ ਕੀਤਾ। ਤੇ ਉਸ ਦਿਨ ਮਤਲਬ 1.5-2 ਘੰਟੇ ਰਾਤ ਨੂੰ ਬੈਠੇ ਰਹੇ ਇਹਨਾਂ ਕੋਲ, 11-12 ਵਜੇ ਤੱਕ ਵਿਚਾਰ ਵਟਾਂਦਰੇ ਕਰਦੇ ਰਹੇ। ਮੈਨੂੰ ਇਹਨਾਂ ਨੇ ਕਿਹਾ, ਬਾਬਾ ਜੀ ਜੇ ਕੋਈ ਬੰਦਾ ਬਿਮਾਰ ਹੋ ਜੇ ਜਾਂ ਕੋਈ ਐਮਰਜੈਂਸੀ ਆ ਜੇ, ਅਸੀਂ ਆਪਣੇ ਸ਼ਹਿਰ ਪਿੰਡ ਦੇ ਵਿੱਚ ਸਾਨੂੰ ਸਾਰੇ ਹਸਪੀਟਲਾਂ ਦਾ ਪਤਾ, ਤੁਹਾਨੂੰ ਪਤਾ ਆਪਣੇ ਲੋਕਲ ਹਸਪੀਟਲ ਆ, ਵੀ ਇੱਥੇ ਕੋਈ ਜੇ ਬੰਦਾ ਬਿਮਾਰ ਹੋ ਗਿਆ ਤਾਂ ਉੱਥੇ ਕਿੱਥੇ ਲੈ ਕੇ ਜਾਓਗੇ? ਮੈਂ ਮਤਲਬ ਹੱਥ ਝਾੜ ਦਿੱਤੇ ਵੀ ਨਹੀਂ ਪਤਾ ਨਹੀਂ। ਫਿਰ ਮੈਨੂੰ ਕਹਿੰਦੇ ਵੀ ਤੁਸੀਂ ਕੰਮ ਕਰੋ, ਆਪਾਂ ਚੱਲਦੇ ਹਾਂ। ਡਾਕਟਰ ਸਤਨਾਮ, ਡਾਕਟਰ ਅਵਤਾਰ ਤੇ ਮੈਂ, ਅਸੀਂ ਤਕਰੀਬਨ ਆਲੇ ਦੁਆਲੇ ਸਾਰੇ ਹਸਪੀਟਲ ਘੁੰਮੇ। ਫਿਮਸ ਹਸਪੀਟਲ ਗਏ, ਨਿਦਾਨ ਹਸਪੀਟਲ ਗਏ, ਨਵਲ ਹਸਪੀਟਲ ਗਏ, ਸੋਨੀਪਤ ਸਰਕਾਰੀ ਹਸਪੀਟਲ ਗਏ। ਉਹਨਾਂ ਸਾਰਿਆਂ ਦੇ ਹਸਪੀਟਲਾਂ ਦੇ ਨੰਬਰ ਲਿਆ ਕੇ ਅਸੀਂ A4 ਪੇਪਰ ਦੇ ਉੱਤੇ ਪ੍ਰਿੰਟ ਕੱਢ ਕੇ ਤੇ ਹਰ ਚੌਥੀ ਪੰਜਵੀਂ ਟਰਾਲੀ ਦੇ ਉੱਤੇ ਲਾਏ। ਫਿਰ ਉਹ ਤੋਂ ਬਾਅਦ ਫਿਰ ਅਸੀਂ ਬੈਨਰ ਬਣਾਏ, ਫਿਰ ਐਮਰਜੈਂਸੀਆਂ ਦੇ ਐਂਬੂਲੈਂਸਾਂ ਦੇ ਐਮਰਜੈਂਸੀ ਨੰਬਰ ਲਿਖੇ ਉਹਨਾਂ ਦੇ ਉੱਤੇ, ਤੇ ਉਹ ਐਮਰਜੈਂਸੀ ਕਿਸੇ ਨੂੰ ਵੀ ਆਈ ਤੇ ਉਹਦੇ ਨਾਲ ਕੰਟੈਕਟ ਕਰ ਸਕਦਾ ਸੀ। ਉਸ ਦਿਨ ਤੋਂ ਐਸਾ ਸੇਵਾ ਦੇ ਨਾਲ ਲਗਾ ਬਣਿਆ ਤੇ ਉਹ ਭਾਈ ਕਨਈਏ ਵਾਲੀਆਂ ਯਾਦਾਂ ਆ ਗਈਆਂ। ਸੋ ਭਾਈ ਕਨਈਏ ਦੀ ਸੇਵਾ ਨੂੰ ਮੁੱਖ ਰੱਖ ਕੇ ਸੋ ਅੱਜ ਵੀ ਉਹੀ ਸੇਵਾਵਾਂ ਚੱਲ ਰਹੀਆਂ। ਇੱਕ ਫਿਰ ਜੁੜਦੇ ਟੀਮ, ਬੜੀ ਤਕੜੀ ਟੀਮ ਬਣ ਗਈ, ਡਿਪਾਰਟਮੈਂਟ ਬਣ ਗਏ ਸਾਡੇ। ਭਰਪੂਰ ਭਾਜੀ ਕੋ PWD ਦਾ ਡਿਪਾਰਟਮੈਂਟ ਬਣ ਗਿਆ, ਜਿਹੜੇ ਕਿ ਨਾਲੇ ਸਾਫ਼ ਕੀਤੇ, ਟਾਇਲਟਾਂ ਬਣਾਈਆਂ। ਮੇਰੇ ਜੁਮੇ ਟਰਾਂਸਪੋਰਟ ਦਾ ਆ ਗਿਆ, ਜਿਹੜੀ ਸੇਵਾ ਤੁਸੀਂ ਦੇਖੀ ਸੀ। ਹਾਂ, ਕਿਸਾਨਾਂ ਦੀ ਮੈਟਰੋ ਵੀ ਬਣਾਈ, ਕਿਸਾਨਾਂ ਦੀ ਫ੍ਰੀ ਸੇਵਾ, ਕਿਉਂਕਿ ਪਿੱਛੋਂ 8-10 ਕਿਲੋਮੀਟਰ ਤੱਕ ਦਾ ਜਿਹੜਾ ਪੈਂਡਾ ਬਣ ਜਾਂਦਾ ਸੀਗਾ, ਕਿਸੇ ਨੇ ਬਜ਼ੁਰਗ ਨੇ ਆਉਣਾ ਹੁੰਦਾ ਸੀਗਾ। ਹਾਲਾਂਕਿ ਕੁਝ ਈ-ਰਿਕਸ਼ਾ ਵਗੈਰਾ ਲਾਏ ਗਏ ਸੀ, ਪਰ ਇਹ ਵਧੀਆ ਸੀ, ਬੈਂਚ ਬੁੰਚ ਲਾਏ ਹੋਏ ਸੀ, ਇੱਕੋ ਜੀ ਬਹਿ ਜਾਂਦਾ ਲਗਭਗ 50-60 ਬੰਦੇ। ਹਾਂ, 70 ਬੰਦਿਆਂ ਦੀ ਕਪੈਸਿਟੀ ਸੀਗੀ ਸਾਡੀ ਇਹਦੇ ਵਿੱਚ, ਟਰਾਲੀ ਦੇ ਵਿੱਚ। ਸੋ ਪਹਿਲੇ ਦਿਨਾਂ 'ਚ ਤਾਂ 2 ਚੱਲਦੀਆਂ ਹੁੰਦੀਆਂ ਸੀਗੀਆਂ, ਕਿਸਾਨ ਐਕਸਪ੍ਰੈਸ ਸੀ, ਕਿਸਾਨ ਮੈਟਰੋ ਸੀਗੀ, ਦੋਨੋਂ ਮਤਲਬ ਸੰਗਤ ਆਉਂਦੀ ਸੀ। ਫਿਰ ਕੰਮਾਂ ਕਾਰਾਂ ਕਰਕੇ ਸੰਗਤ ਸਟੇਜ ਤੇ ਘਟ ਗਈ, ਫਿਰ ਇੱਕ ਚਲਾਉਣ ਲੱਗ ਪਏ। ਪਰ ਇਹਨਾਂ ਸੀ ਵੀ ਜਿੰਨੀ ਵੀ ਸੰਗਤ ਆਉਂਦੀ ਸੀ 60-70 ਬੰਦੇ ਸਟੇਜ ਤੇ ਇੱਕਦਮ ਆ ਜਾਂਦੇ ਸੀ, ਉਹਨਾਂ ਦੇ ਨਾਲ ਮਤਲਬ ਸਟੇਜ ਦੀ ਵੀ ਰੌਣਕ ਵੱਧਦੀ ਸੀਗੀ। ਸੋ ਇਹ ਟਰਾਂਸਪੋਰਟ ਮੰਤਰੀ ਬਣਾਤਾ, ਡਾਕਟਰ ਅਵਤਾਰ ਨੂੰ ਹੈਲਥ ਡਿਪਾਰਟਮੈਂਟ ਬਣਾਤਾ। ਸੋ ਸਾਡੇ ਤੁਹਾਡੇ ਵਰਗੇ ਵਿੱਚ ਹੀ ਮੀਡੀਆ ਮੰਤਰੀ ਵੀ ਬਣ ਗਏ, ਸਾਰਾ ਕਿਸਾਨਾਂ ਦਾ ਰਾਜ ਬਣਾ ਲਿਆ ਜੀ, ਪੂਰਾ ਰਾਜ ਬਣਾ ਲਿਆ। ਫਿਰ ਅਸੀਂ ਤੁਹਾਡੇ ਚੈਨਲ ਰਾਹੀਂ ਇਹ ਵੀ ਦੱਸਣਾ ਚਾਹੁੰਦੇ ਆਮ ਸੰਗਤ ਨੂੰ ਵੀ, ਜੇ ਕਿਸੇ ਪਿੰਡ 'ਚ, ਕਿਸੇ ਸ਼ਹਿਰ 'ਚ, ਕਿਸੇ ਕਸਬੇ ਦੇ ਵਿੱਚ ਕਿਤੇ ਵੀ ਕਿਸੇ ਨੂੰ ਲੋੜ ਪੈਂਦੀ ਆ ਸਿਹਤ ਸੇਵਾਵਾਂ ਦੀ, ਕਿਤੇ ਕੈਂਪ ਲਾਉਣਾ ਆ, ਸਾਡੇ ਨਾਲ ਕੰਟੈਕਟ ਕਰ ਸਕਦੇ ਆ। ਹਰੇਕ ਥਾਂ ਸਾਡੇ ਨੰਬਰ ਚੱਲਦੇ ਆ। ਜੇ ਨਹੀਂ ਵੀ ਕਿਤੇ ਨੰਬਰ ਚੱਲਦਾ, ਜਿਹੜਾ ਲਾਈਫ ਕੇਅਰ ਫਾਊਂਡੇਸ਼ਨ ਦੀ ਵੈਬਸਾਈਟ ਆ, ਤੁਸੀਂ ਉੱਥੇ ਜਾ ਸਕਦੇ ਆ। ਔਰ ਉਹਦੇ ਨਾਲ ਮੈਂ ਇੱਕ ਹੋਰ ਬੇਨਤੀ ਕਰੂੰਗਾ, ਜਿਹੜੇ ਨੌਜਵਾਨ ਵੀਰ ਆ, ਕੋਈ ਵਲੰਟੀਅਰ ਜੁੜਨਾ ਚਾਹੁੰਦਾ ਸਾਡੇ ਨਾਲ, ਸਾਡੀਆਂ ਲੈਬਾਂ ਦੇ ਨਾਲ ਜੁੜਨਾ ਚਾਹੁੰਦਾ ਆ, ਕੋਈ ਜੌਬ ਕਰਨੀ ਚਾਹੁੰਦਾ ਆ, ਉਹ ਵੀ ਸਾਡੀ ਲਾਈਫ ਕੇਅਰ ਫਾਊਂਡੇਸ਼ਨ ਤੇ ਜਾ ਕੇ ਜੌਬ ਵੀ ਅਪਲਾਈ ਕਰ ਸਕਦਾ ਆ, ਵਲੰਟੀਅਰ ਦੀ ਸੇਵਾ ਵੀ ਨਿਭਾ ਸਕਦਾ ਆ। ਹੋਰ ਵੀ ਜਿੰਨੀਆਂ ਸੇਵਾਵਾਂ ਸਾਡੀਆਂ ਕਿਸਾਨੀ ਸੰਘਰਸ਼ ਚੋਂ ਜਿਹੜਾ ਇਹ ਬਣਿਆ ਹੋਇਆ ਪਲੇਟਫਾਰਮ ਆ, ਅੱਗੇ ਵੀ ਇਸ ਤਰ੍ਹਾਂ ਹੀ ਜਿਹੜਾ ਕੰਮ ਕਰਦਾ ਰਹੂਗਾ, ਕੋਈ ਲੋੜਵੰਦ ਨੂੰ ਕਿਤੇ ਕੋਈ ਸੰਘਰਸ਼ ਤੇ ਚੱਲਦੇ ਹੀ ਰਹਿਣੇ ਆ ਜ਼ਿੰਦਗੀ ਦੇ ਵਿੱਚ ਜੀ। ਇਹ ਤਾਂ ਜ਼ਿੰਦਗੀ ਦਾ ਨਾਂ ਹੀ ਸੰਘਰਸ਼ ਆ ਜੀ, ਤੇ ਇਹ ਸੰਘਰਸ਼ ਇਦਾਂ ਹੀ ਚੱਲਦੇ ਰਹਿਣੇ। ਸਾਡੀ ਇਸੇ ਤਰ੍ਹਾਂ ਟੀਮ ਜੁੜੀ ਰਵੇ, ਸਾਡੀ ਇਹੀ ਦੁਆ ਆ। ਔਰ ਜਿਹੜੇ ਪਰਿਵਾਰਾਂ ਦੇ ਜੀਅ ਵਿਛੜ ਗਏ ਆ, ਅਸੀਂ ਉਹਨਾਂ ਦੇ ਨਾਲ ਤਹਿ ਦਿਲੋਂ ਹਮਦਰਦੀ ਕਰਦੇ ਆ। ਔਰ ਸਾਰੀ ਸੰਗਤ ਨੂੰ ਇਹ ਅਪੀਲ ਕਰਦੇ ਆ ਕਿ ਉਹਨਾਂ ਨੂੰ ਯਾਦ ਰੱਖਿਆ ਜਾਵੇ, ਜਿਹੜੇ ਪਰਿਵਾਰ ਸ਼ਹੀਦ ਹੋਏ ਆ, 730-31 ਜਿੰਨੇ ਵੀ ਪਰਿਵਾਰ ਸ਼ਹੀਦ ਹੋਏ ਆ, ਉਹਨਾਂ ਦੇ ਪਰਿਵਾਰਾਂ ਨੂੰ ਯਾਦ ਰੱਖਿਆ ਜਾਵੇ। ਔਰ ਨਾਲ ਦੀ ਨਾਲ ਹੀ ਉਹਨਾਂ ਦੀ ਦੇਖ ਰੇਖ ਦਾ ਵੀ ਜੁਮਾ ਸੰਗਤ ਦੇ ਜੁਮਈਆਂ, ਇਹ ਜਿਹੜਾ ਸੰਘਰਸ਼ ਸੀਗਾ ਸੰਗਤ ਦਾ ਹੀ ਸੀਗਾ। ਠੀਕ ਅੱਗੇ ਜਥੇਬੰਦੀਆਂ ਜੁੜੀਆਂ ਸੀ, ਪਰ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਫਤਿਹ ਲੱਗਿਆ। ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਜਿਹੜਾ ਮੋਰਚਾ ਫਤਿਹ ਹੋਇਆ। ਸੋ
ਸੰਗਤ ਹੀ ਕਰਨ ਯੋਗ ਆ ਸਾਰਾ ਕੁਝ। ਜਿਸ ਤਰ੍ਹਾਂ ਅਸੀਂ ਹਸਪਤਾਲ ਦੀ ਵੀ ਗੱਲ ਕਰਦੇ, ਸੰਗਤ ਵਾਸਤੇ ਸੀ, ਉਹ ਸੰਗਤ ਦੁਆਰਾ ਹੀ ਸੀ, ਸੰਗਤ ਦੁਆਰਾ ਹੀ ਚਲਾਇਆ ਜਾਂਦਾ ਸੀ ਇਹ ਹਸਪੀਟਲ, ਔਰ ਸੰਗਤ ਦੇ ਵਾਸਤੇ ਹੀ ਸੀਗੇ ਜੀ। ਸੰਗਤ ਵਾਸਤੇ ਸੀ ਹਸਪਤਾਲ। ਤਾਂ ਸਮਾਨ ਵਗੈਰਾ ਸਾਰਾ ਸੰਭਿਆ ਜਾ ਰਿਹਾ, ਇੱਧਰ ਨੂੰ ਵੀ ਇੱਕ ਝਲਕ ਦਿਖਾ ਦਿਓ। ਔਰ ਇਹ ਜਿਹੜਾ ਫਰਸ਼ ਸੀਗਾ ਆਈਸੀਯੂ ਸੀਗਾ ਇਹ ਹਸਪਤਾਲ ਦਾ, ਔਰ ਉਹਦੀ ਫਰਸ਼ ਜਿਹੜੀ ਆ ਉਹ ਸਾਫ਼ ਕੀਤੀ ਜਾ ਰਹੀ ਹੈ। ਜਿਹੜੇ ਸ਼ਹੀਦ ਹੋਏ ਕਿਸਾਨ, ਉਹਨਾਂ ਦੀ ਯਾਦ ਦੇ ਵਿੱਚ ਜਿਹੜੀਆਂ ਅੱਜ ਮੋਮਬੱਤੀਆਂ ਲਾ ਕੇ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਹੈਗੀ ਆ ਉਹ ਦਿੱਤੀ ਜਾਏਗੀ, ਉਹਨਾਂ ਨੂੰ ਯਾਦ ਕੀਤਾ ਜਾਊਗਾ। ਇੱਥੇ ਭਰਪੂਰ ਜੀ ਹੈਗੇ ਆ ਬਾਈ ਜੀ, ਤੁਹਾਡੇ ਕੋਲ PWD ਸੀ ਕਹਿੰਦੇ, ਇੱਥੇ ਆਸੇ-ਪਾਸੇ ਕਾਫੀ ਕੋਈ ਲੋੜ ਸੀ ਕਿਉਂਕਿ ਪਿੰਡ ਬਣ ਗਿਆ ਸੀ, ਪਿੰਡ 'ਚ ਫਿਰ ਉੱਥੇ ਫਲੱਸ਼ਾਂ ਵੀ ਚਾਹੀਦੀਆਂ, ਨਾਲੀਆਂ ਵੀ, ਸਾਫ਼ ਸਫਾਈ ਵੀ ਚਾਹੀਦੀ ਆ। ਤਾਂ ਕਿਸ ਤਰ੍ਹਾਂ ਰਿਹਾ ਤੁਹਾਡਾ PWD ਦਾ ਅਹੁਦਾ, ਹੁਣ ਫਤਿਹ ਹੋ ਗਿਆ ਮੋਰਚਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਜੀ ਪਹਿਲਾਂ ਤਾਂ ਤੁਹਾਡਾ, ਬਹੁਤ-ਬਹੁਤ ਤੁਹਾਡੀ ਟੀਮ ਦਾ। ਕੋਈ ਵੀ ਕ੍ਰਾਂਤੀ ਹੈ, ਇਹ ਲੰਗਰ, ਟਾਇਲਟਾਂ, ਇਹ ਮੈਡੀਕਲ ਸੇਵਾਵਾਂ, ਇਹ ਸਿਰਫ ਉਹਨੂੰ ਸਸਟੇਨ ਕਰਨ ਵਾਸਤੇ ਨੇ ਤਾਂ ਕਿ ਆਪਾਂ ਇੰਨੀ ਜ਼ਾਲਮ ਸਰਕਾਰ ਨਾਲ ਲੰਮੇ ਚਿਰ ਤੱਕ ਮੱਥਾ ਲਾ ਸਕੀਏ। ਸਾਡੇ ਬਜ਼ੁਰਗਾਂ ਨੇ ਤਾਂ ਟਾਰਗੇਟ 4 ਸਾਲ ਦਾ ਰੱਖਿਆ ਸੀ, ਉਹ ਤਾਂ ਗੋਦੀ ਮੀਡੀਆ ਨੇ ਹੋਵੇ ਹੀ ਇੰਨਾ ਬਣਾਇਆ ਸੀਗਾ ਕਿ ਉਹ 4 ਸਾਲ ਦਾ ਟਾਰਗੇਟ ਰੱਖਿਆ, ਉਹ ਤਾਂ 1 ਸਾਲ 'ਚ ਢੇਰੀ ਹੋ ਗਿਆ। ਤਾਂ ਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਜਿਹੜੀ ਕ੍ਰਾਂਤੀ ਅਸਲ ਜਿੱਤੀ ਜਾਂਦੀ ਆ ਉਹ ਵਿਚਾਰਾਂ ਦੇ ਪ੍ਰੋਪਗੇਸ਼ਨ ਨਾਲ ਹੈ। ਵਿਚਾਰ ਕਿੰਨਾ ਜ਼ਿਆਦਾ ਸਹੀ ਵਿਚਾਰ, ਅਸਲੀ ਵਿਚਾਰ ਕਿੰਨਾ ਜ਼ਿਆਦਾ ਫੈਲਦਾ, ਉਹਦੇ ਵਿੱਚ ਤੁਸੀਂ ਇਹ ਸੇਵਾ ਬੜੀ ਬਾਖੂਬੀ ਨਿਭਾਈ ਹੈ। ਇਹਦੇ ਵਾਸਤੇ ਨਮਨ ਹੈ ਜੀ ਤੁਹਾਡੀ ਟੀਮ ਨੂੰ। ਫਰਜ਼ ਆਪਣਾ ਸਾਰਿਆਂ ਦਾ ਫਰਜ਼ ਸੀਗਾ। ਦੇਖੋ ਜਿੱਦਾਂ ਇੱਥੇ ਭਾਈ ਸਾਹਿਬ ਇਹ ਇਹਨਾਂ ਨੂੰ ਨਹੀਂ ਪਹਿਲਾਂ ਮਿਲੇ ਹੋਣੇ, ਤੁਸੀਂ ਇਹਨਾਂ ਨੂੰ ਨਹੀਂ ਮਿਲੇ ਹੋਣੇ, ਮੈਂ ਇਹਨਾਂ ਨੂੰ ਨਹੀਂ ਮਿਲਿਆ ਆ। ਹੁਣ ਇਸ ਤਰ੍ਹਾਂ ਦੇ ਰਿਸ਼ਤੇ ਬਣ ਗਏ ਵੀ ਜਿੱਦਾਂ ਇਹ ਕਹਿੰਦੇ ਵੀ ਗਾਂ ਨੂੰ ਕਿਸੇ ਨੂੰ ਲੋੜ ਪਵੇ ਤਾਂ ਸਾਨੂੰ ਦੱਸਿਓ, ਅਸੀਂ ਵੀ ਕਹਿੰਦੇ ਵੀ ਗਾਂ ਨੂੰ ਤੁਸੀਂ ਕਿਤੇ ਕੈਂਪ ਲਾਇਆ ਤਾਂ ਸਾਨੂੰ ਦੱਸਿਓ। ਇੱਕ ਬਹੁਤ ਸਾਡਾ ਮੋਹ ਪਿਆਰ ਬਣ ਗਿਆ। ਹਾਂਜੀ, ਇੱਕ ਦੇਖੋ ਜੀ, ਇੱਕ ਤਰ੍ਹਾਂ ਦੀ ਸੋਚ ਹੈ ਆਪਣੀ। ਹੁਣ ਵਿਚਾਰਕ ਅਲੱਗ-ਅਲੱਗ ਹੋ ਸਕਦੇ ਨੇ ਆਪਣੇ, ਪਰ ਇੱਕ ਤਰ੍ਹਾਂ ਦਾ ਆਪਣਾ ਦਰਦ ਹੈ ਇਨਸਾਨੀਅਤ ਵਾਸਤੇ, ਜਿਹਦੇ ਕਰਕੇ ਆਪਾਂ ਇੱਕ ਸਾਂਝੇ ਉਹਦੇ ਵਾਸਤੇ ਇਕੱਠੇ ਹੋਏ ਆ। ਮੈਂ ਜਦੋਂ ਕੁਝ ਇਕੱਲਾ ਕਰ ਰਿਹਾ ਸੀ ਤਾਂ ਮੇਰੀ ਰੀਚ ਸ਼ਾਇਦ 2 4 5 ਟਾਇਲਟਾਂ ਤੱਕ ਦੀ ਸੀ। ਮੇਰੇ ਨਾਲ ਮੇਰੇ ਮਾਮਾ ਜੀ ਸਰਦਾਰ ਗੁਰਜੀਤ ਸਿੰਘ ਵੜੈਚ, ਗੁਰਬਾਜ ਸਿੰਘ ਢਿੱਲੋਂ, ਇਹ ਸਭ ਜੁੜੇ, ਟੀਮ ਇਕਬਾਲ ਭੱਟੀ, ਕਈ ਜਣੇ ਜੁੜੇ। ਕੋਈ ਹਿਸਾਬ ਹੀ ਨਹੀਂ, ਜਿੱਦਾਂ ਆਪਣੇ ਲੰਗਰ ਲੱਗਦਾ ਉਵੇਂ ਟਾਇਲਟਾਂ ਦਾ ਲੰਗਰ ਲੱਗ ਗਿਆ। ਅਸੀਂ 4-5 ਸੋਚ ਕੇ ਆਏ, ਔਰ ਟਿੱਕਰੀ ਦੇ ਵਿੱਚ ਹੀ 26 ਜਨਵਰੀ ਦਾ ਕੋਈ ਕਾਊਂਟ ਹੀ ਨਹੀਂ ਹੈ ਕਿ 550 ਲੱਗੀਆਂ ਕਿ 600। ਤੁਸੀਂ ਜਿੱਥੇ ਵੀ ਦੋਨਾਂ ਬਾਰਡਰਾਂ ਤੇ ਸਿੰਘੋ ਟਿੱਕਰੀ ਜਾਓਗੇ ਤਾਂ ਆਲੇ ਦੁਆਲੇ ਟੀਮ ਦੀਆਂ ਟਾਇਲਟਾਂ ਖੜੀਆਂ ਨੇ, ਉਹ ਤਕਰੀਬਨ 1200-1300 ਲੱਗੀਆਂ ਦੋਵੇਂ ਬਾਰਡਰਾਂ ਤੇ। ਔਰ ਜਦੋਂ ਸੋਚ ਕੇ ਘਰੋਂ ਤੁਰਿਆ ਜੀ ਸੀਗਾ ਵੀ 4 ਲੱਗੀਆਂ 5 ਲੱਗੀਆਂ। ਲੇਡੀਜ਼ ਨੂੰ ਟਾਰਗੇਟ ਕੀਤਾ ਸੀ ਕਿ ਵੀ ਔਰਤਾਂ ਨੂੰ ਇੱਕ ਕੱਲਾ ਉਦੋਂ ਤਰੇਲ ਵੀ ਪੈਂਦੀ ਹੈ, ਇੱਕ ਹੈਲਥ ਹਾਈਜੀਨ ਦਾ ਵੀ ਇਸ਼ੂ ਹੈ, ਇੱਕ ਔਰਤਾਂ ਵਾਸਤੇ ਡਿਗਨਿਟੀ ਪਰਦੇ ਦਾ ਵੀ ਇਸ਼ੂ ਹੈ। ਬੰਦਾ ਤਾਂ ਆਪਣੇ ਕਿਤੇ ਵੀ ਰਿਲੀਵ ਹੋ ਜਾਂਦਾ। ਤਾਂ ਮਾਤਾਵਾਂ ਸੀਗੀਆਂ ਜੀ, ਗੋਡਿਆਂ ਤੋਂ ਚੱਲਣ ਨੂੰ ਵੀ ਤਕਲੀਫ ਹੈ। ਆਪਣੇ ਪਬਲਿਕ ਟਾਇਲਟਾਂ ਦਾ ਤਾਂ ਪਹਿਲਾਂ ਹੀ ਬੁਰਾ ਹਾਲ ਹੈ, ਕੋਈ ਹੈ ਹੀ ਨਹੀਂ ਗਿਆ ਕਿਤੇ। ਚੰਡੀਗੜ੍ਹ ਵਰਗੇ ਸ਼ਹਿਰਾਂ 'ਚ 17 ਸੈਕਟਰ 'ਚ ਅੱਧਾ ਕਿਲੋਮੀਟਰ ਤੁਰਨਾ ਪੈਂਦਾ ਪਬਲਿਕ ਟਾਇਲਟ ਤੱਕ। ਤਾਂ ਗੋਡੇ ਜਿਹਦੇ ਕੰਮ ਨਾ ਕਰਦੇ ਹੋਣ, ਬਜ਼ੁਰਗਾਂ ਵਾਸਤੇ ਬੜੀ ਉਹ ਪ੍ਰੋਬਲਮ ਹੈ। ਤਾਂ ਇਹ ਸਾਰਾ ਕਲੈਕਟਿਵ ਐਫਰਟ ਹੈ ਜੀ। ਕਿਸੇ ਨੇ ਲੰਗਰ ਬਣਾਇਆ, ਉਹਨਾਂ ਨੇ ਇਨਕਮਿੰਗ ਦਾ ਇੰਤਜ਼ਾਮ ਕੀਤਾ ਲੰਗਰ ਦਾ, ਅਸੀਂ ਆਊਟਗੋਇੰਗ ਦਾ ਕਰਤਾ। ਜਦੋਂ ਇੱਥੇ ਆਏ ਜੀ ਟਾਇਲਟਾਂ ਲਾਈਆਂ ਤਾਂ ਦੇਖਿਆ ਨਾਲੇ ਚੋਕ ਨੇ, ਕਿਤੇ ਸੀਵਰ ਤਾਂ ਜਾ ਨਹੀਂ ਰਿਹਾ। ਉਹ ਬੇਚੈਨੀ ਹੋ ਗਈ ਦਿਮਾਗ ਦੇ ਵਿੱਚ ਕਿ ਅੱਗੇ ਬਰਸਾਤਾਂ ਦਾ ਮੌਸਮ ਆਉਣਾ, ਇਹ ਪਾਣੀ ਲੰਗਰਾਂ ਦੇ ਵਿੱਚ ਜਾ ਸਕਦਾ ਹੈ ਗੰਦਾ। ਤਾਂ ਜੀ ਇਕੱਲੇ ਨੂੰ ਇੰਨਾ ਅਸਹਾਏ ਜਿਹਾ ਐਵੇਂ ਮੈਂ ਜਿਵੇਂ ਆਪਾਂ ਹੈਲਪਲੈਸ ਮਹਿਸੂਸ ਕਰ ਰਹੇ ਸੀ ਵੀ ਆਪਾਂ ਯਾਰ ਕਰ ਹੀ ਨਹੀਂ ਪਾ ਰਹੇ। ਸਾਰੇ ਮਹਿਕਮਿਆਂ ਨੂੰ ਅਪਰੋਚ ਕੀਤਾ, ਸਾਰਿਆਂ ਨੇ ਜਵਾਬ ਦਿੱਤਾ। ਉਹ ਕਹਿੰਦੇ ਇੰਪੋਸੀਬਲ ਹੈ, ਤੁਸੀਂ ਕੁਝ ਹੋਰ ਕਰ ਲਓ। ਸਰਕਾਰੀ ਇਹਨਾਂ ਦਾ ਠੇਕੇਦਾਰ ਭੇਜਿਆ, ਉਹਨਾਂ ਨੇ 2400 ਰੁਪਏ ਮੀਟਰ ਮੰਗੇ, ਮਤਲਬ 1 ਕਿਲੋਮੀਟਰ ਦਾ 24 ਲੱਖ। ਮੈਂ ਕਿਹਾ ਯਾਰ ਇਹਨੇ 'ਚ ਨਵਾਂ ਨਾ ਬਣ ਜਾਂਦਾ ਹੋਊਗਾ। ਪਰ ਦੇਖੋ ਕੱਲੇ ਕੁਝ ਨਹੀਂ, ਆਪਾਂ ਨੂੰ ਸਿਰਫ ਮੈਂਟਲ ਪ੍ਰੈਸ਼ਰ ਹੀ ਲੈ ਸਕੇ, ਕਰ ਕੁਝ ਨਹੀਂ ਸਕੇ। ਤਾਂ ਗੁਰਜੀਤ ਸਿੰਘ ਭਾਜੀ ਮਿਲੇ ਇਨਫੋਸਿਸ ਤੋਂ, ਮੋਹਾਲੀ ਤੋਂ, ਉਹ ਮਿਲੇ। ਉਹ ਪ੍ਰੋਜੈਕਟ ਮੈਨੇਜਰ ਨੇ ਜੀ, ਉਹ ਕਈ ਸੈਂਕੜੇ ਬੰਦਿਆਂ ਤੋਂ ਕੰਮ ਕਰਾਉਂਦੇ ਨੇ ਤੇ ਕਈ ਭਾਂਤ ਦੇ ਉਹਨਾਂ ਦੇ ਆਈਡੀਆਜ਼ ਰਲੇ, ਇੰਜੀਨੀਅਰ ਨੇ ਉਹ ਰਲੇ। ਉਸ ਤੋਂ ਬਾਅਦ ਅਮਰਜੀਤ ਭਾਜੀ ਮਿਲੇ, ਅਵਤਾਰ ਭਾਜੀ ਮਿਲੇ। ਇੱਕ ਔਰ ਇੱਕ 11 ਹੁੰਦਾ ਜੀ, ਅਸੀਂ ਤਾਂ 11 ਲੱਖ ਹੋ ਗਏ। ਤਾਂ ਦੇਖ ਲਓ ਜੀ, ਜਿਹੜੇ ਨਾਲੇ ਸਾਨੂੰ ਮਿਊਨਿਸਪਲ ਕਮੇਟੀ ਕੁੰਡਲੀ, SDM ਆਫਿਸ, DC ਆਫਿਸ, ਇਹਨਾਂ ਨੂੰ ਬਕਾਇਦਾ ਕਿਸਾਨ ਏਕਤਾ ਮੋਰਚੇ ਵੱਲੋਂ ਈਮੇਲਾਂ ਵੀ ਗਈਆਂ ਇਸ ਪਰਪਸ ਲਈ ਵੀ ਇਹਨੂੰ ਕਰੋ, ਔਰ ਉਹ ਸਾਰੇ ਜਵਾਬ ਦੇ ਗਏ। ਅਸੀਂ ਇੱਥੋਂ ਤੱਕ ਪੁਲਿਸ ਦਾ ਕੋਈ ਲੈਣ ਦੇਣ ਨਹੀਂ, ਪਰ ਆਪਾਂ ਕਹਿੰਦੇ ਜੀ ਮਰਦਾ ਕੀ ਨਾ ਕਰਦਾ। ਪੁਲਿਸ ਵਾਲਿਆਂ ਨੂੰ ਵੀ ਅਪਰੋਚ ਕੀਤਾ, ਉਹਨਾਂ ਨੇ ਆਪਣੇ ਡੰਡੇ ਤੇ 1-2 ਮਸ਼ੀਨਾਂ ਭੇਜੀਆਂ, ਪਰ ਮਸ਼ੀਨ ਵੀ ਫੇਲ ਹੋ ਗਈ ਜੀ। ਉੱਥੇ ਸਾਡੇ ਇੱਥੋਂ ਦੇ ਮਜ਼ਦੂਰ ਆਏ ਮੋਰਚੇ ਤੋਂ, ਸਾਨੂੰ ਦੇਖ ਕੇ ਵੀ ਆਪਾਂ ਕਰਾਈਏ, ਨਾਲ ਹੋਰ ਪ੍ਰੋਫੈਸ਼ਨਲ 1-2 ਜੋੜੇ। ਤਾਂ ਜੀ ਤੁਹਾਡੇ ਸਾਹਮਣੇ ਜਿਹੜੇ 18-20 ਸਾਲ ਤੋਂ ਇਹਦੇ ਵਿੱਚੋਂ ਇਹੋ ਜਿਹਾ ਚਿੱਕੜ ਨਿਕਲਿਆ ਕਿ 7-7 ਦਿਨ ਹੱਥਾਂ ਤੋਂ ਨਿਕਲਦਾ ਨਹੀਂ ਸੀ, ਗਰੀਸ ਬਣੀ ਹੋਈ। ਤਾਂ ਉਹ ਕੱਢ ਕੇ ਸਾਫ਼ ਕਰਤਾ ਜੀ। ਇਹ ਕਲੈਕਟਿਵ ਐਫਰਟ ਆ। ਮਤਲਬ ਜੇ ਬੰਦਾ, ਉਹਨਾਂ ਨੇ ਮਜ਼ਦੂਰ ਵੀ ਜਿਹੜੇ ਸੀਗੇ ਜਿਨ੍ਹਾਂ ਨੇ ਸੋਚਿਆ ਹਨਾ ਵੀ ਇਹਨਾਂ ਨੂੰ ਧਾਰ ਲਿਆ ਜੀ, ਆਪਾਂ ਕਿਸੇ ਤੋਂ ਪੈਸੇ ਦੇ ਕੇ ਵੀ ਇੰਨੀ ਪਰਫੈਕਸ਼ਨ ਨਾਲ ਕੰਮ ਨਹੀਂ ਹੁੰਦਾ ਜਿਹੜਾ ਸੇਵਾ ਭਾਵਨਾ ਨਾਲ ਹੋਇਆ। ਤਾਂ ਤੁਹਾਨੂੰ ਮੈਂ ਫੋਟੋਆਂ ਦਿਖਾਊਂਗਾ, ਉਹਦੇ ਵਿੱਚ ਫਰਸ਼ ਕੱਢਤਾ ਸੀ 5.5 ਫੁੱਟ ਨਾਲੇ ਦਾ, ਬਿਲਕੁਲ ਕਲੀਅਰ ਫਰਸ਼ ਕਿ ਤੁਸੀਂ ਬਹਿ ਕੇ ਉੱਤੇ ਰੋਟੀ ਖਾ ਸਕਦੇ ਹੋ। ਇੰਨਾ ਕਲੀਨ ਫਰਸ਼ ਕੱਢਤਾ ਸੀ ਮੋਰਚੇ 'ਚ। ਇਹ ਗੱਲਾਂ ਦੇਖੋ, 1 ਸਾਲ ਚੱਲਣਾ ਸੀਗਾ, ਤੇ ਜੇ ਕਿਤੇ ਇਸ ਤਰ੍ਹਾਂ ਦੀਆਂ ਭਾਵਨਾਵਾਂ ਵਾਲੇ ਲੋਕ ਨਾ ਹੁੰਦੇ,
ਜਿਨ੍ਹਾਂ 'ਚ ਇੰਨੀ ਸਮਰਪਣ ਦੀ ਭਾਵਨਾ ਸੀ, ਇੰਨੀ ਕੰਮ ਕਰਨ ਦੀ ਨਿਸ਼ਚਾ ਸੀਗਾ ਵੀ ਆਹ ਕੰਮ ਅਸੀਂ ਕਰਨਾ। ਔਰ ਦਿਹਾੜੀ ਤੇ ਬੰਦਾ ਲਿਆਂਦਾ ਹੋਵੇ ਉਹ ਘੜੀ ਵਾਲੀ ਵੇਂਦਾ ਰਹਿੰਦਾ, ਹੁਣ ਚਾਹ ਲਿਆਓ, ਹੁਣ ਰੋਟੀ ਲਿਆਓ, ਹੁਣ ਬਹਿ ਗਿਆ। ਪਰ ਇੱਥੇ ਉਹ ਮਜ਼ਦੂਰ ਸਾਡੇ ਹਿੰਮਤੀ, ਉਹ ਕਿਸਾਨ ਸਾਡੇ ਔਰ ਇਸ ਤਰ੍ਹਾਂ ਦੇ ਭਾਈ, ਜੇ ਬੇਸ਼ੱਕ ਇਹ ਪ੍ਰੋਫੈਸ਼ਨ ਤੌਰ ਤੇ ਕਿਸਾਨੀ ਨਹੀਂ ਕਰਦੇ ਹੋਣਗੇ, ਪਰ ਪਤਾ ਸੀ ਵੀ ਇਹ ਮੋਰਚਾ ਸਾਡਾ, ਸਾਡੇ ਪਰਿਵਾਰਾਂ ਦਾ, ਸਾਡੇ ਕਿਸਾਨਾਂ ਦਾ, ਇਹਨੂੰ ਜਿੱਤਣ ਦੇ ਵਾਸਤੇ ਕੁਝ ਵੀ ਕਰਨਾ ਪੈਣਾ। ਤਾਂ ਉਹ ਮਤਲਬ ਕਿੱਡਾ ਵੱਡਾ ਤਜਰਬਾ ਵੀ ਹੋ ਗਿਆ ਇਹ ਦਿੱਲੀ ਦੇ ਬਾਰਡਰਾਂ ਤੇ ਵੀ ਆਹ ਕੰਮ ਜਿਹੜੇ ਨਹੀਂ ਸੀ ਕਦੇ ਕੀਤੇ। ਜਿੱਦਾਂ ਹੁਣ ਕਿੱਡੀ ਵੱਡੀ ਟੀਮ ਬਣ ਗਈ, ਤੁਸੀਂ ਦੱਸਿਆ ਵੀ ਜਿਹੜੇ ਪ੍ਰੋਫੈਸ਼ਨਲ ਸੀਗੇ ਵੱਡੇ ਅਹੁਦਿਆਂ ਤੇ ਹੋਣਗੇ, ਉਹਨਾਂ ਨੇ ਦੱਸਿਆ ਵੀ ਹੁਣ ਐਂ ਕਰੋ, ਹੁਣ ਐਂ ਕਰੋ। ਸਰਕਾਰ ਜਿੱਥੇ ਫੇਲ ਸੀ, ਹਾਲਾਂਕਿ ਕਰਨਾ ਨਹੀਂ ਸੀ ਚਾਹੁੰਦੀ, ਸਰਕਾਰ ਬੇਈਮਾਨ ਵੀ ਸੀਗੀ, ਔਰ ਉੱਥੇ ਕਰਕੇ ਵਿਖਾਤਾ ਵੀ ਤੁਸੀਂ ਨਹੀਂ ਤੇ ਅਸੀਂ ਆਪ ਕਰ ਲਾਂਗੇ। ਸਰਕਾਰਾਂ ਦਾ ਤਾਂ ਭਾਜੀ ਇੰਨਾ ਬੁਰਾ ਹਾਲ ਹੈ ਕਿ ਇੱਥੇ ਦੋ ਨਾਲੇ ਆ, ਇੱਕ ਪੁਰਾਣਾ ਮਨਮੋਹਨ ਸਿੰਘ ਗਵਰਨਮੈਂਟ ਦਾ ਬਣਿਆ, ਉਹਦੇ ਤੇ ਦੋ ਲੇਅਰ ਨੇ, ਸਰੀਏ ਦੇ ਜਾਲ ਚੌਰਸ ਬੰਨੇ ਹੋਏ ਨੇ। ਸਾਨੂੰ ਐਲਟੀ ਮਸ਼ੀਨ ਦੇ ਨਾਲ 3.5 ਘੰਟੇ ਲੱਗੇ ਉਹਦੇ ਵਿੱਚ ਮੋਹਰਾ ਕਰਨ ਨੂੰ। ਇਹ ਸੀਗੀ ਜੀ ਭਾਰਤ ਦੀ 20 ਸਾਲ ਪੁਰਾਣੀ ਕਰਪਸ਼ਨ, ਕਿ ਜਿਹਦੇ 'ਚ ਸਾਨੂੰ 3.5 ਘੰਟੇ ਲੱਗੇ ਛੇਦ ਕਰਨ 'ਚ। ਔਰ ਅੱਜ ਦੀ ਇਮਾਨਦਾਰੀ, ਮੋਦੀ ਸਰਕਾਰ ਦੀ ਇਮਾਨਦਾਰੀ, ਕਿ ਨਵੇਂ ਨਾਲੇ ਤੇ ਗਲਤੀ ਨਾਲ ਜੀਸੀਬੀ ਦਾ ਫੋੜਾ ਲੱਗ ਗਿਆ, ਉਹ 4 ਥਾਵਾਂ ਤੋਂ ਲੱਕ ਟੁੱਟ ਗਿਆ ਉਹਦੇ 'ਚ 8-8 ਇੰਚ ਦਾ ਸਰੀਆ। ਔਰ ਮੇਰੇ ਖਿਆਲ 'ਚ ਕਿ 5:95 ਦੀ ਰੇਸ਼ੋ 'ਚ ਸੀਮੈਂਟ ਔਰ ਰੇਤਾ ਹੋਣਾ, ਕਿ 5% ਸੀਮੈਂਟ ਹੋਊਗਾ ਸ਼ਾਇਦ ਸੀਮੈਂਟ ਹੋਵੇ, ਨਹੀਂ ਕੋਈ ਹੋਰ ਨਾ ਵਰਤ ਕੇ ਹੁਣ, ਕਿਉਂ ਇੰਨਾ ਕਮਜ਼ੋਰ। ਇੱਥੇ ਦੁਕਾਨਦਾਰ ਨੇ ਜੀ, ਇੱਥੇ ਸਾਰਾ ਇੰਡਸਟਰੀਅਲ ਏਰੀਆ, ਲੋਡ ਦੀਆਂ ਗੱਡੀਆਂ ਚੱਲਦੀਆਂ ਨੇ। ਉਹ ਜਿਹੜਾ 20 ਸਾਲ ਤੋਂ ਨਾਲਾ, ਉਹਦੇ ਉੱਤੋਂ ਕਹਿੰਦੇ 60 ਟਨ ਮਾਲ ਨਿਕਲਦਾ। ਔਰ ਜਿਹੜਾ ਮੋਦੀ ਜੀ ਦਾ, ਉਹਦੇ ਤੋਂ ਕਹਿੰਦੇ ਅਸੀਂ ਟਪਾ ਹੀ ਨਹੀਂ ਸਕਦੇ, ਉਹ ਰੇਤਾ ਹੋ ਜਾਂਦਾ, ਚੂਰ ਹੋ ਜਾਂਦਾ। ਤਾਂ ਕਰਪਸ਼ਨ ਜਿਹੜੀ ਅਸੀਂ ਭਜਾਈ ਸੀਗੀ 2014 'ਚ, ਉਹ ਇੰਨੀ ਮਜ਼ਬੂਤ ਸੀਗਾ ਉਹਦਾ ਕੰਮ, ਕਿ ਇਮਾਨਦਾਰੀ ਨਾਲੋਂ ਦੇਖੋ ਜੀ, ਇਮਾਨਦਾਰੀ ਚੂਰ ਹੁੰਦੀ ਜਾ ਰਹੀ ਹੈ ਮੋਦੀ ਜੀ ਦੀ। ਇਹ ਬਹੁਤ ਵੱਡੀ ਗੱਲ ਆ, ਔਰ ਇਹ ਤਜਰਬਾ ਹੈ, ਇਹ ਵੀ ਨਹੀਂ ਕਿ ਵੀ ਕੋਲੋਂ ਬਣਾਈ ਗੱਲ ਆ। ਔਰ ਕਮਾਲ ਕਰਤੀ ਫਿਰ ਮੋਦੀ ਹੈ ਤਾਂ ਮੁਮਕਿਨ ਹੈ, ਵੈਸੇ ਤਾਂ ਠੀਕ ਹੈ ਜੀ, ਹੈਗਾ ਸਾਡੇ ਕੋਲ ਐਵੀਡੈਂਸ ਹੈ ਜੀ। ਸਾਡੇ ਕੋਲ ਪਹਿਲੇ ਦਿਨ ਤੋਂ ਲੈ ਕੇ ਕਿਵੇਂ ਉੱਥੇ ਮੈਦਾਨ ਸੀ ਰੜਾ, ਆਪਣੇ ਕੋਲ, ਤੁਹਾਡੇ ਕੋਲ ਜੀ ਡਾਕੂਮੈਂਟਰੀ ਸਾਰੀ ਹੈ, ਕਿ ਇਹ ਸੜਕ ਤੇ ਜਦੋਂ ਇੱਥੇ ਜਦੋਜਹਿਦ ਚੱਲੀ ਹੈ, ਜਮਹੂਰੀਅਤ ਦੇ ਵਿੱਚ ਨੰਗਾ ਨਾਚ ਫਾਸਿਜ਼ਮ ਦਾ ਹੋਇਆ, ਕਿ ਜਿਹੜੇ ਕਿਸਾਨ ਨੂੰ, ਜਦੋਂ ਇਹ ਮੁਲਕ ਭੁੱਖਾ ਮਰ ਰਿਹਾ ਸੀ, ਅੱਜ ਜਿਹੜੇ ਕੰਪਿਊਟਰਾਂ ਤੇ ਬਹਿ ਕੇ ਕਿਸਾਨਾਂ ਨੂੰ ਖਾਲਿਸਤਾਨੀ ਅੱਤਵਾਦੀ ਇਹ ਕਹਿੰਦੇ ਰਹੇ, ਉਹ ਜੇ ਕਿਸਾਨ ਨਾ ਹੁੰਦਾ ਪੰਜਾਬ ਹਰਿਆਣੇ ਦਾ, ਉਦੋਂ ਤਾਂ ਪੰਜਾਬ ਹੀ ਸੀ। ਜੇ ਉਹ ਕਿਸਾਨ ਨਾ ਹੁੰਦਾ ਤਾਂ ਉਹਨਾਂ ਦੇ ਬਾਪ ਦਾਦੇ ਭੁੱਖੇ ਮਰ ਚੁੱਕੇ ਹੁੰਦੇ। ਕੰਪਿਊਟਰ ਤਾਂ ਛੱਡੋ, ਉਹ ਜਿਉਂਦੇ ਨਾ ਹੁੰਦੇ ਅੱਜ ਦੀ ਤਰੀਕ 'ਚ। ਇਹ ਇੰਨੀ ਆਸਾਨ ਫਰਾਮੋਸ਼ ਮੁਲਕ ਨਿਕਲਿਆ ਕਿ 4 ਭੌਂਕੇ ਚੈਨਲਾਂ ਦੇ ਕਹੇ ਤੇ ਇਹਨਾਂ ਨੇ ਉਹ ਕਿਸਾਨ ਜਿਨ੍ਹਾਂ ਨੇ ਉਹਨਾਂ ਦੀਆਂ ਪੁਸ਼ਤਾਂ ਪਾਲੀਆਂ ਨੇ, ਅੱਜ ਕਰੋਨਾ ਦੇ ਵਿੱਚ ਜੀ ਸਾਰੀ ਦੁਨੀਆ ਭਰ ਦੇ ਮੁਲਕਾਂ ਨੇ ਰੁਪਈਏ ਦਿੱਤੇ ਆਪਣੇ ਪਬਲਿਕ ਨੂੰ, ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਇਕਨੋਮੀ ਚਲਾਉਣੀ ਹੈ ਤਾਂ ਪਬਲਿਕ ਦੀ ਜੇਬ 'ਚ ਪੈਸਾ ਚਾਹੀਦਾ, ਉਹ ਖਰੀਦਣ ਜਾਊਗੀ ਤਾਂ ਫੈਕਟਰੀ ਚੱਲੂਗੀ। ਭਾਰਤ ਇਕਲੌਤਾ ਮੁਲਕ ਹੈ ਜਿਹੜਾ ਕਿ 500 ਰੁਪਈਆ ਗਰੀਬਾਂ ਨੂੰ ਦੇ ਕੇ ਔਰ 5000 ਕਰੋੜ ਦੀ ਐਡ ਕਰਦਾ ਰਿਹਾ, ਕਿ 500 ਰੁਪਈਆ ਦੇਤਾ। ਇਹਨਾਂ ਨੇ ਸਿਰਫ ਅੰਨ ਵੰਡਿਆ। ਉਹ ਅੰਨ ਕਿੱਥੋਂ ਆਇਆ? ਉਹ ਅੰਨ ਇਸ ਧਰਤੀ ਦੇ ਕਿਸਾਨਾਂ ਨੇ ਉਗਾਇਆ। ਸਾਡੇ ਰੈਕ ਖਾਲੀ ਹੋ ਗਏ ਜੀ ਗੋਦਾਮਾਂ ਦੇ ਵਿੱਚੋਂ। ਅਸੀਂ ਜੋ ਹੁਣ ਤੱਕ ਇਸ ਦੇਸ਼ ਨੂੰ ਅੰਨ ਜੋੜ ਕੇ ਦਿੱਤਾ, ਉਹ ਅੰਨ ਮੋਦੀ ਨੇ ਖਵਾ ਕੇ ਤੇ ਨੰਬਰ ਬਣਾਏ ਨੇ ਮੁਲਕ। ਔਰ ਜਿਹੜੇ ਮੁਲਕ ਨੇ ਉਹ ਅੰਨ ਖਾਧਾ, ਉਹਨੇ ਸਾਨੂੰ ਨਿੰਦਿਆ ਕਿ ਇਹ ਅੱਤਵਾਦੀ, ਇਹ ਖਾਲਿਸਤਾਨੀ। ਤਾਂ ਮੈਂ ਹੱਥ ਜੋੜ ਕੇ, ਇਹ ਜੇ ਤੁਹਾਡੇ ਤੋਂ ਮਾਧਿਅਮ ਤੋਂ ਕੋਈ ਹਿੰਦੀ स्पीकिंग भी सुनता है तो भारतवासियों में आपको हाथ जोड़ के इतनी विनती करता हूँ कि आगे आपका हालात बहुत बुरे होने वाले हैं, क्योंकि हमने अपना फ्यूचर सिक्योर किया है, आपका नहीं, क्योंकि आप घरों में बैठे हो, निकले नहीं। आपकी तबाही आनी ही आनी है। बैंक बिकेंगे, सब PSU बिकेंगे, सब कुछ बिकेगा, नौकरियां खत्म हो जाएंगी, आप लोग मार काट पे आओगे। ऐसा नहीं, अगर यकीन नहीं आता तो जर्मनी 1938 का, सीरिया, यमन अब के एग्जाम्पल हैं, वो भी एक तरह का राष्ट्र बनाने चले थे इस्लामिक। आप हिंदू राष्ट्र बनाने चले हैं, बात एक ही है, कूड़ दिमाग, मंदबुद्धि राष्ट्र बनाने चले हैं, भूखमरी से मरेंगे आप। हम सिर्फ इतनी आपसे गुजारिश करना चाहते हैं कि कोई भी जानकारी आपको आती है तो कम से कम ये देखिए कि भाई वो उसका इतिहास क्या है। जो सरदार आपको, आपकी बेटियों को, बहुएं रात को कहीं सफ़र करती हैं, तो जब ट्रेन के डिब्बे में, बस में, कहीं भी बस स्टॉप के ऊपर रात को वो एक सरदार देख लेती हैं तो उनकी जान में जान आ जाती है कि मैं सेफ हूँ। पुलिस वाले को देख के वो नहीं महसूस होता जो एक सरदार को महसूस होता है देख के। और आपने एक 2 टके के चैनलों के बकवास करने पर हमें आतंकवादी और पता नहीं क्या क्या कह दिया। अरे भाई, अगर कहीं हम तो गुस्से में 2-3 साल खेती करना भी छोड़ सकते हैं अगर हम अपनी आई पे आए। हमने तो अपने 2-2 कनाल एक एक एकड़ में अपने और अपने
गांव वालों के लिए बथेरा कुछ कर लेना है। भाई आप क्या करोगे? फिर मोदी जी बाहर से मंगाएंगे और बोलेंगे यार ये तो ऑस्ट्रेलिया का गेहूं है, ये तो 100 रुपए किलो लेना पड़ेगा। ठीक है जी, तब बच लो जी, बच बहुत लो सोहनी, बच लो। ਇਹ ਪਹਿਲਾ ਅੰਦੋਲਨ ਹੈ ਭਾਜੀ, ਇਹਦਾ ਰਾਹ ਖੋਲਿਆ ਪੰਜਾਬੀਆਂ ਨੇ। ਚਾਹੇ ਮੁਗਲਾਂ ਕੋਲ ਮੁਰੇ ਸਾਰੇ ਦੇਸ਼ 'ਚ ਜੀ ਹਿੰਦੂ ਵੱਡੇ ਜਾ ਰਹੇ ਸੀ, ਜਨੇਊਆਂ ਦਾ ਮੁੱਲ ਪੈ ਰਿਹਾ ਸੀ। ਦੇਖੋ ਜੀ ਇਤਿਹਾਸ 'ਚ ਹੈ ਭਾਜੀ, ਇੱਕ ਸਿੱਖ ਦਾ ਇੱਕ ਸਿਰ ਦਾ ਮੁੱਲ ਜੀ ਔਰ ਇੱਕ ਮਣ ਜਨੇਊ ਦਾ ਜੀ ਬਰਾਬਰ ਸੀਗਾ, ਹੈ ਬਰਾਬਰ ਸੀਗਾ। ਤਾਂ ਇੱਥੋਂ ਹੀ ਜਾਂਚ ਲਓ ਜੀ ਕਿ ਸਾਡੀ ਵੈਲਿਊ ਕੀ ਆ, ਹੈ ਚਾਹੇ ਉਹ ਪਰਸ਼ੀਅਨ ਅਟੈਕ ਰਹੇ ਨੇ, ਅਫਗਾਨੀ ਰਹੇ ਨੇ, ਆਪਾਂ ਹੀ ਇੱਥੇ ਖੜੇ ਆ। ਇਹ ਅਸੀਂ ਕਿਉਂ ਅੜੇ ਰਹੇ ਆ? ਇਹ ਤਾਂ ਹੁਣ ਤਾਂ ਆਪਣੇ ਜੀ ਖਾਣੇ ਮਾੜੇ, ਪਾਣੀ ਹਵਾ ਸਭ ਕੁਝ ਮਾੜਾ, ਤਾਂ ਵੀ ਅਸੀਂ ਮੋਦੀ ਢਾਲਿਆ। ਉਦੋਂ ਦੇ ਤਾਂ ਸਾਡੇ 7-7 ਫੁੱਟੇ ਸੀਗੇ, ਹੈ ਜੀ। ਤਾਂ ਇਸ ਕਰਕੇ ਹੋਸ਼ ਨੂੰ ਹੱਥ ਮਾਰੇ ਮੁਲਕ, ਔਰ ਇਹ ਪਹਿਲਾ ਅੰਦੋਲਨ ਹੈ, ਇਤੋਂ ਤਾਂ ਸਿੱਖਿਆ ਲੈਣ। ਬਹੁਤ ਸੋਹਣੀ ਇਕੱਠੇ ਸੋਹਣੀ ਹੋਣ। ਗੱਲ ਕੀਤੀ ਤਾਂ ਬਾਈ ਇਤਿਹਾਸ ਅਸੀਂ ਗੱਲ ਕਰਦੇ ਵੀ ਆਹ ਰਾਹ ਜਿੱਥੋਂ ਬਾਬਾ ਬਘੇਲ ਸਿੰਘ ਹੋਣੀ ਗਏ, ਜਿੱਥੋਂ ਬਾਬਾ ਮਹਾਜੱਸਾ ਸਿੰਘ ਰਾਮਗੜੀ ਆ ਗਿਆ। ਔਰ ਬਾਲੀਵੁੱਡ ਜਿਹੜਾ ਭਾਰਤੀ ਸਟੇਟ ਚਲਾਉਂਦੀ ਹੈਗੀ ਆ, ਬੜੇ ਤਰੀਕੇ ਨਾਲ ਚਲਾਉਂਦੀ ਹੈ ਵੀ ਕਿਹੜੀ ਕੌਮ ਨੂੰ ਕਿੱਦਾਂ ਡਾਊਨ ਕਰਨਾ। ਫਿਲਮਾਂ ਦੇ ਵਿੱਚ ਜੀ ਉੜਤਾ ਪੰਜਾਬ ਆ ਜੀ, ਠੀਕ ਹੈ, ਨਸ਼ਾ ਪੰਜਾਬ 'ਚ ਹੈਗਾ, ਲਿਆਂਦਾ ਕਿੰਨੇ ਆ, ਬਹੁਤ ਲੋਕ ਕਰ ਵੀ ਰਹੇ ਆ, ਕੁਛ ਸ਼ੌਂਕੀਆ ਤੌਰ ਤੇ ਸਮਝ ਕੇ ਕਰਦੇ, ਕੋਈ ਮਜਬੂਰੀ ਬਸ ਕਰਦੇ ਆ। ਪਰ ਇਹ ਨਹੀਂ ਹੈ ਵੀ ਉੜਤਾ ਪੰਜਾਬ ਹੀ ਹੈ। ਫਿਲਮਾਂ 'ਚ ਬਣਾ ਦਿਖਾ ਰਹੇ ਜਿਹੜੀਆਂ ਨੇ ਵੈਬ ਸੀਰੀਜ਼ ਆਉਂਦੀਆਂ ਜੀ, ਪੰਜਾਬ 'ਚ ਤਾਂ ਜੀ ਜੱਟ ਜਿਹੜੇ ਆ ਦਲਿਤਾਂ ਨਾਲ ਰੇਪ ਕਰ ਰਹੇ ਆ, ਕਿੰਨਾ ਗੰਦ ਪਾਇਆ ਇਹਨਾਂ ਨੇ। ਪਰ ਇੱਥੇ ਆਸ-ਪਾਸ ਦੀਆਂ ਮਜ਼ਦੂਰਾਂ ਦੀਆਂ ਬੀਬੀਆਂ ਇੱਥੇ ਹੁਣ ਰੋ ਕੇ ਗਈ ਆ, ਕਹਿੰਦੀ ਅਵਤਾਰ ਬਾਈ ਮੈਨੂੰ ਪੁੱਤ ਮੇਰੇ ਤੋਂ ਵੱਧ ਤੇਰੇ ਤੇ ਭਰੋਸਾ। ਪਿੱਛੇ ਇੱਕ ਮਾਤਾ ਕਾਰਸੇ ਵਾਲੇ ਬਾਬਾ ਕੋਲ ਰੋ ਰਹੀ ਸੀ, ਯੂਪੀ ਦੀ ਸੀ, ਕਹਿੰਦੀ ਅਸੀਂ ਇੱਥੇ ਰਹਿਣਾ ਨਹੀਂ ਸੀ, ਬਾਰਡਰ ਤੇ ਚੱਲ ਜਾਗੇ। ਵੀਡੀਓ ਸਾਡੇ ਕੋਲ ਉਹ ਧਾਹਾਂ ਮਾਰ ਕੇ ਰੋਂਦੀ, ਕਹਿੰਦੀ ਸਰਦਾਰਾਂ ਦਾ ਦੇਣਾ ਨਹੀਂ ਦੇ ਸਕਦੇ। ਕਿੱਡਾ ਵੱਡਾ ਇਤਿਹਾਸ ਸਿਰਜਿਆ ਗਿਆ। ਔਰ ਕੀ ਇਹ ਜਿਹੜੇ ਸਾਨੂੰ ਬਦਨਾਮ ਕਰਦੇ ਸੀ ਜੀ, ਇਹ ਤਾਂ ਅੱਤਵਾਦੀ ਹੈ, ਇਹ ਤਾਂ ਇਕੱਲੇ ਡਰਾਈਵਰ ਹੀ ਹੁੰਦੇ ਆ, ਇਹ ਤਾਂ ਜੀ ਸਿਰਫ ਬਸ ਪੈਗ ਲਾ ਕੇ ਨੱਚਣ ਵਾਲੀ ਕੌਮ ਹੈ, ਇਹ ਨਚਾਰਾਂ ਦੀ ਕੌਮ ਹੈ। ਪਤਾ ਲੱਗ ਗਿਆ ਵੀ ਨੱਚਣਾ ਨੁੱਚਣਾ ਠੀਕ ਆ, ਜਦੋਂ ਜੀ ਕਰੇ ਖੁਸ਼ੀ ਨਾਲ ਨੱਚ ਵੀ ਲੈਂਦੇ ਆ, ਪਰ ਇਹ ਦੱਸਦੇ ਆ ਵੀ ਵਾਰਸ ਕਿਹਨਾਂ ਦੇ ਆ। ਭਾਜੀ ਅਸੀਂ ਰਹਿ ਨਹੀਂ ਖੁਸ਼ ਆ, ਇਹਨਾਂ ਨੂੰ ਸਾਡੇ ਏਸੀ ਤੋਂ ਤਕਲੀਫ ਹੋ ਗਈ, ਵੀ ਇਹਨਾਂ ਏਸੀ ਲੱਗਿਆ। ਉਹ ਤੁਹਾਨੂੰ ਸਾਡੀਆਂ ਤੁਸੀਂ ਤਾਂ ਆਡੀਆਂ ਬਜੈਰੋਆਂ ਪਰਾਡੋਆਂ ਦੇਖੀਆਂ ਹੀ ਨਹੀਂ, ਹੈ ਜੀ। ਤੁਸੀਂ ਤਾਂ ਇਕੱਲੇ ਏਸੀ ਦੀ ਘਬਰਾ ਗਏ ਸਾਡੇ ਤੇ। ਇਹ ਭਾਜੀ ਏਸੀ ਲੱਗੇ ਕਿਉਂ ਨੇ ਇਹ ਨਹੀਂ ਤੁਸੀਂ ਦੇਖਦੇ। ਇਹ ਐਮਐਸਪੀ ਕਰਕੇ ਲੱਗੇ ਨੇ। ਇਹ ਐਮਐਸਪੀ ਹੈਗੀ ਹੈ ਸਾਡੇ ਪਿੰਡਾਂ ਦੇ ਵਿੱਚ ਚੰਡੀਗੜ੍ਹ ਨੂੰ ਮਾਤ ਪਾਉਂਦੀਆਂ ਕੋਠੀਆਂ ਨੇ, ਸਭ ਸ਼ਹਿਰਾਂ ਦੇ ਨਕਸ਼ਿਆਂ ਤੇ ਕੋਠੀਆਂ ਪੈ ਰਹੀਆਂ ਨੇ, 3-3 ਮੰਜ਼ਿਲਾ ਕੋਠੀਆਂ ਪੈ ਰਹੀਆਂ ਨੇ। ਤੁਸੀਂ ਟ੍ਰੇਨ ਲੈ ਲਓ ਜੀ, ਇੱਥੋਂ ਨਾਗਪੁਰ ਦੀ ਲੈ ਲਓ, ਇੱਥੋਂ ਲਖਨਊ ਦੀ ਲੈ ਲਓ, ਕਿਸੇ ਮਰਜ਼ੀ ਪਾਸੇ ਦੀ ਦਿੱਲੀੋਂ ਟ੍ਰੇਨ ਲੈ ਲਓ, ਆਪਣਾ ਏਰੀਆ ਛੱਡ ਕੇ ਬਸ ਤੁਹਾਨੂੰ ਪਿੰਡਾਂ 'ਚੋਂ ਜਾਂਦੇ ਦਿਖਣਗੀਆਂ ਛੰਨਾਂ ਦੀਆਂ ਛੰਨਾਂ ਨੇ, ਹਜੇ ਵੀ ਛੰਨਾਂ 'ਚ ਰਹਿ ਰਹੇ ਨੇ। ਬਿਹਾਰ ਦਾ 10 ਏਕੜ ਦਾ ਮਾਲਕ ਜੀ ਸਾਡੇ 2 ਕਿੱਲਿਆਂ ਵਾਲੇ ਦੇ ਨੌਕਰ ਆ। ਭੋਏ ਤਾਂ ਉਨੀ ਹੈ ਜੀ ਉਹਦੇ ਕੋਲ ਵੀ, ਸਾਡੇ ਕੋਲ ਵੀ ਉਨੀ ਆ। ਫਿਰ ਉਹਦੇ ਦਾਣੇ ਘੱਟ ਕੇ ਉਹਨੇ ਦਾਣੇ ਵੀ ਉਹਦੇ ਉਨੇ ਨੇ, ਉਹਨੂੰ ਰੇਟ ਹੀ ਨਹੀਂ ਮਿਲਦਾ। ਅਸੀਂ 1800 ਦੇ ਵੇਚਾਂਗੇ, ਉਹਦਾ ਵਿਚਾਰ ਦਾ 400 ਰੁਪਏ ਦੇ ਖੂਨ ਚੂਸਿਆ ਜਾਂਦਾ, ਹਨਾ ਜੀ। ਇਹ ਫਰਕ ਆ। ਇਹਦੀ ਉਹ ਲੜਾਈ ਹੁਣ ਬਾਕੀ ਆ, ਅੱਗੇ ਹੋਊਗੀ। ਤਾਂ ਜਿੱਥੋਂ ਤੱਕ ਭਾਈ ਤੁਸੀਂ ਇਤਿਹਾਸ ਦੀ ਕਰ ਰਹੇ ਹੋ ਗੱਲ, ਇਤਿਹਾਸ ਵੀ ਤਾਂ ਬਦਲਿਆ ਜਾ ਰਿਹਾ, ਹਨਾ ਜੀ। ਇਹ ਤਾਂ ਆਪਣੀ ਜ਼ਿੰਮੇਵਾਰੀ ਆ, ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਹਾਡੀ ਔਲਾਦ ਤੱਕ ਇਤਿਹਾਸ ਸਹੀ ਪਹੁੰਚੇ। ਮੇਰੀ ਜ਼ਿੰਮੇਵਾਰੀ ਹੈ, ਮੈਂ ਅੱਗੇ, ਔਰ ਸਾਡੀ ਇਹ ਵੀ ਜ਼ਿੰਮੇਵਾਰੀ ਹੈ ਇਕੱਲਾ ਆਪਣੇ ਹੀ ਨਹੀਂ, ਕੋਈ ਵੀ ਸਾਡੇ ਕੋਲੋਂ ਸਾਨੂੰ ਮੌਕਾ ਜਿੱਥੇ ਮਿਲਦਾ ਤਾਂ ਅਸੀਂ ਉਹਨੂੰ ਦੱਸੀਏ, ਬੰਦੇ ਨੂੰ ਚਾਨਣ ਪਾਈਏ। ਮੈਂ ਕਹਿੰਦਾ ਜੀ, ਮੈਂ ਦਾਅਵੇ ਨਾਲ ਕਹਿ ਸਕਦਾ ਭਾਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖੀ ਦਾ ਇੰਨਾ ਪ੍ਰਚਾਰ ਨਹੀਂ ਕੀਤਾ ਹੋਣਾ ਜਿੰਨਾ ਕਿਸਾਨ ਅੰਦੋਲਨ ਨਾਲ ਹੋਇਆ। ਠੀਕ ਹੈ ਜੀ। ਖਾਲਸਾ ਏਡ ਵਰਗੀਆਂ ਗੱਲਾਂ ਨਹੀਂ, ਪ੍ਰੈਕਟੀਕਲੀ ਹੋਇਆ ਜੀ। ਖਾਲਸਾ ਏਡ ਵਰਗੀਆਂ ਆਰਗੇਨਾਈਜੇਸ਼ਨਾਂ ਸਾਡੀਆਂ ਬ੍ਰਾਂਡ ਐਂਬੈਸਡਰ ਨੇ ਜੀ ਪੂਰੀ ਦੁਨੀਆ ਦੇ ਵਿੱਚ। ਮਲਾਵੀ ਦੇਸ਼ ਹੈ ਜੀ ਹਿੰਦੁਸਤਾਨ ਦੇ ਵਿੱਚ, ਮੈਂ ਦਾਅਵਾ ਕਰਦਾ 99.99% ਤੋਂ ਵੱਧ ਲੋਕਾਂ ਨੂੰ ਪਤਾ ਨਹੀਂ ਹੋਣਾ ਮਲਾਵੀ ਮੁਲਕ ਆ। ਉੱਥੇ ਖਾਲਸਾ ਏਡ ਨਲਕੇ ਲਾ ਰਹੀ ਆ ਪਾਣੀ ਦੇ, ਕਿਉਂਕਿ ਉਹਨੂੰ ਪਾਣੀ ਤੋਂ ਹੀ ਮਰ ਰਹੀ ਹੈ ਦੁਨੀਆ ਉੱਥੇ, ਹੈ ਜੀ। ਤਾਂ ਇਹ ਚੀਜ਼ ਹੈ ਜੀ, ਇਹ ਇਤਿਹਾਸ ਬਦਲ ਰਹੀਆਂ ਨੇ ਹੁਣ। ਅੰਗਰੇਜ਼ਾਂ ਨੇ ਆ ਕੇ ਆਪਣੇ ਹਿਸਾਬ ਨਾਲ ਸਾਨੂੰ ਪ੍ਰੋਗਰਾਮਿੰਗ ਕੀਤੀ ਕਿ ਇਹ ਸਾਡੇ ਗੁਲਾਮ ਰਹਿਣ। ਇਹ ਸਾਡੇ ਵਾਲਿਆਂ ਨੂੰ ਕਾਨੂੰਨ ਵੀ ਤਾਂ ਆਪਣੇ ਅੰਗਰੇਜ਼ਾਂ ਵਾਲੇ ਨੇ। ਪਹਿਲਾਂ अंग्रेजों ने अपनी पुलिस बनाई सी कि इन बागी हिंदुस्तानियों को अंग्रेजों से दूर रखने के लिए। अब वही कानून का वही चल पिया, हुण बागी हिंदुस्तानियों को सरकार से दूर रखने के लिए। फिर उन्होंने किहड़ा धरती हुई जी, लोगों की किहड़ी धरती हुई? ਜਾਂ ਗੋਰਿਆਂ ਵੇਲੇ ਵੀ ਉਹੀ ਪੁਲਿਸ ਕੁੱਟਦੀ ਹੈ ਵੀ ਗੋਰੀ ਸਰਕਾਰ ਨੂੰ ਬਚਾਉਣ ਨੂੰ, ਅੱਜ ਕਾਲੀ ਸਰਕਾਰ ਦੀ ਪੁਲਿਸ ਕੁੱਟ ਰਹੀ ਹੈ ਉਹਨਾਂ ਨੂੰ ਬਚਾਉਣ ਨੂੰ। ਸਾਨੂੰ ਕੌਣ ਬਚਾਊਗਾ? ਤੁਸੀਂ ਕਹਿੰਦੇ ਹੋ ਕਹਿੰਦੇ ਦਲਿਤਾ ਸਰਦਾਰ ਦਲਿਤਾ ਰੇਪ ਕਰ। ਦੇਖੋ ਜੀ ਜਿੰਨੀ ਵੀ ਕ੍ਰਾਈਮ ਆ, ਕ੍ਰਾਈਮ ਇੱਕ ਜਿਵੇਂ ਇਲਿਟਰੇਸੀ ਆ, ਅਨਪੜ੍ਹਤਾ ਅਤੇ ਅਨਐਮਪਲੋਇਮੈਂਟ, ਇਹ ਦੋ ਮੇਨ ਵਜ੍ਹਾ ਨੇ ਜਿਨ੍ਹਾਂ ਕਰਕੇ, ਕਿਉਂਕਿ ਡਿਸਟਰੈਕਸ਼ਨ ਆ ਬੰਦੇ ਨੂੰ, ਜੋ ਹੋਰ ਕੋਈ ਕੰਮ ਹੀ ਨਹੀਂ। ਆ ਡੇਟਾ ਦੇਤਾ ਜੀ 2-2 GB ਦਿਨ ਦਾ, ਇਹਨੂੰ ਵਰਤਣਾ ਤਾਂ ਸਿਖਾਇਆ ਨਹੀਂ।
ਇਹਨੂੰ ਕੀ ਕਰਨਾ? ਤਾਂ ਇਹਦੇ ਤੇ ਕੋਈ ਪੋਰਨ ਦੇਖ ਰਿਹਾ ਹੈ, ਕੋਈ ਇਹਦੇ ਤੇ ਵਾਇਲੈਂਸ ਦੇਖ ਰਿਹਾ, ਕੋਈ ਅੱਛਾ ਬੱਚਿਆਂ ਨੂੰ ਵੀ ਦੇ ਰਹੇ ਆ, ਆਪਣਾ ਇੱਥੇ ਕੋਈ ਮੋਨੀਟਰਿੰਗ ਨਹੀਂ ਹੈ, ਹਨਾ ਜੀ। ਤਾਂ ਆਪਣਾ ਜਿਹੜੀ ਲੋਕਾਂ ਨੂੰ ਸਮਝਣ ਦੀ ਲੋੜ ਹੈ। ਕੀ ਫਿਲਮ ਬਣਦੀ ਦਾ ਬੈਨ ਹੁੰਦੀ ਆ ਕੋਈ ਜਿਹੜੀ ਫਿਲਮ ਦੇ ਵਿੱਚ ਤੁਹਾਨੂੰ ਗੁੰਡਾਗਰਦੀ ਸਿਖਾਉਣੀ ਆ, ਰੇਪ ਸਿਖਾਉਣੇ ਆ, ਕੰਧਾਂ ਟੱਪਣੀਆਂ ਸਿਖਾਉਣੀਆਂ, ਬਾਹ ਫੜਨੀ ਸਿਖਾਉਣੀ, ਉਹ ਕਦੇ ਬੈਨ ਵੀ ਨਹੀਂ ਹੁੰਦੀ ਇਸ ਵੇਲੇ। ਅੱਜ ਕੱਲ ਜੀ ਜਿਹਦੇ ਵਿੱਚ ਮੁਸਲਮਾਨਾਂ ਨੂੰ ਭੰਡਿਆ ਜਾਵੇ, ਉਹਨਾਂ ਨੂੰ ਮਾੜਾ ਦਿਖਾਇਆ ਜਾਵੇ, ਅਕਸ਼ੇ ਕੁਮਾਰ ਵਰਗੇ ਸਟਾਰ, ਇਹ ਜਿਨ੍ਹਾਂ ਨੂੰ ਲੱਖਾਂ ਕਰੋੜਾਂ ਲੋਕ ਫੋਲੋ ਕਰਦੇ ਆ, ਇਹ ਲੋਕ ਇਸਲਾਮੋਫੋਬੀਆ, ਮੁਸਲਮਾਨਾਂ ਪ੍ਰਤੀ ਨਫ਼ਰਤ ਫੈਲਾ ਰਹੇ ਆ। ਭਾਰਤੀ ਸਤਰਕ ਹੋ ਜਾਣ। ਤੁਹਾਡਾ ਬਾਲੀਵੁੱਡ, ਤੁਹਾਡਾ ਬਾਲੀਵੁੱਡ, ਤੁਹਾਡਾ ਸੋਸ਼ਲ ਮੀਡੀਆ, ਤੁਹਾਡਾ ਇਲੈਕਟ੍ਰੋਨਿਕ ਮੀਡੀਆ, ਹਰ ਤਰ੍ਹਾਂ ਦਾ, ਈਵਨ ਕਿ ਤੁਹਾਡਾ ਬਾਪ ਵੀ ਤੁਹਾਨੂੰ ਨਫ਼ਰਤ ਸਿਖਾ ਰਿਹਾ ਹੋ ਸਕਦਾ ਹੈ। ਇਹ ਤੁਹਾਨੂੰ ਸੁਚੇਤ ਹੋਣਾ ਪੈਣਾ। ਤੁਹਾਨੂੰ ਅੱਜ ਦਾ ਟਾਈਮ ਜੀ ਬਹੁਤ ਸਾਲਾਂ ਤੋਂ ਇਨਫੋਰਮੇਸ਼ਨ ਦਾ ਯੁੱਗ ਆ। ਆਪਾਂ ਅੱਜ ਕਹਿੰਦੇ ਇਨਫੋਰਮੇਸ਼ਨ ਦੀ ਇੰਨੀ ਵੈਲਿਊ ਸੀ। ਭਗਤ ਸਿੰਘ ਨੇ ਜਿਹੜਾ ਬੰਬ ਸਿੱਟਿਆ ਸੀ, ਉਹ ਕਿਸੇ ਤੋਂ ਕੋਈ ਬਦਲਾ ਲੈਣ ਲਈ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਤਾਂ ਸਿੱਟਿਆ ਨਹੀਂ, ਉਹ 'ਚ ਤਾਂ ਕੋਈ ਜ਼ਖਮੀ ਵੀ ਨਹੀਂ ਹੋਇਆ। ਉਹ ਬੰਬ ਸਿੱਟਿਆ ਸੀ, ਉਹਨੇ ਆਪਣੀ ਵਿਚਾਰ ਨੂੰ ਵਰਲਡ ਲੈਵਲ ਤੇ ਗਲੋਬਲ, ਕਿ ਬਰਤਾਨੀਆ ਦੇ ਪਾਰਲੀਮੈਂਟ ਦੇ ਵਿੱਚ ਡਿੱਗਿਆ ਬੰਬ ਤਾਂ ਉਹਦੀ ਗੂੰਜ ਅਮਰੀਕਾ, ਜਰਮਨੀ ਤੱਕ ਪਊਗੀ, ਤਾਂ ਉਹਨੇ ਤਾਂ ਸਿੱਟਿਆ। ਕਿਉਂ? ਇਨਫੋਰਮੇਸ਼ਨ ਪਹੁੰਚਾਉਣ ਲਈ। ਨਹੀਂ ਤਾਂ ਡਕੈਤੀਆਂ ਮਾਰ ਕੇ ਉਹਨਾਂ ਨੂੰ ਪੈਂਫਲੇਟ ਛਪਾਉਣੇ ਪੈਂਦੇ ਸੀ। ਅਗਲਾ ਅੱਕ ਗਿਆ, ਯਾਰ ਮੈਨੂੰ ਆਜ਼ਾਦੀ ਹੋਣੀ ਚਾਹੀਦੀ ਆ, ਹੈਨਾ, ਤਾਂ ਮੈਂ ਸਿੱਟਣ ਲੱਗਿਆ। ਤਾਂ ਇਹ ਇਨਫੋਰਮੇਸ਼ਨ ਦਾ ਜੀ ਇਹਨਾਂ ਨੇ ਸਾਨੂੰ ਲਾਲ ਕਿਲੇ ਤੇ ਜਿਹੜਾ ਪਹੁੰਚਾਇਆ ਉਦਣ, ਅਸੀਂ ਤਾਂ ਰਾਤ ਨੂੰ ਜੱਫੀਆਂ ਪਾ ਕੇ ਸੁੱਤੇ ਆ 25 ਜਨਵਰੀ ਨੂੰ, ਵੀ ਪਤਾ ਨਹੀਂ, ਮੇਰਾ ਮਾਮਾ ਜੀ ਨਾਲ ਸੀਗੇ, ਅਸੀਂ ਕਿ ਸਲਾਮਾਂ ਕਰ ਰਹੇ ਵੀ ਦੋਨੇ ਅੱਡ ਗੱਡੀਆਂ ਤੇ ਜਾਵਾਂਗੇ, ਗੋਲੀ ਚੱਲ ਗਈ ਯਾਰ, ਇੱਕ ਤਾਂ ਮੁੜਨ ਦੇ ਚਾਂਸ ਹੋਣਗੇ। ਅਸੀਂ ਤਾਂ ਸੋਚ ਰਹੇ ਵੀ ਸਵੇਰੇ 1000-1100 ਬੰਦਾ ਮਾਰਨਗੇ ਇਹ, ਵੀ ਜੋ ਸਾਨੂੰ ਉਮੀਦ ਹੈ ਹਿੰਦੂ ਇੰਡੀਆ ਦੀ ਗਵਰਨਮੈਂਟ ਤੋਂ। ਪਰ ਉਦਣ ਇਹ ਤਾਂ ਇਨਫੋਰਮੇਸ਼ਨ ਦਾ ਯੁੱਗ ਹੈ। ਉਹਨਾਂ ਨੇ ਤਾਂ ਵੀਡੀਓ ਬਣਾਉਣੀਆਂ ਸੀ, ਉਹ ਵੀਡੀਓ ਬਣਾਈਆਂ ਉਹਨਾਂ ਨੇ, ਸਾਨੂੰ ਇਕੱਠਾ ਕਰਕੇ ਉੱਥੇ ਪੁਲਿਸ ਤਾਂ ਉੱਥੇ ਸਾਈਡ ਤੇ ਬੈਠੀ ਰਹੀ ਕਿਸੇ ਨੇ। ਨਹੀਂ ਤਾਂ 26 ਜਨਵਰੀ ਨੂੰ 130 ਕਰੋੜ ਲੋਕਾਂ ਦਾ ਮੁਲਕ, ਅਸੀਂ ਕਿਹੜੀ, ਸਾਡੇ ਕੋਲ ਇਕਵਿਪਮੈਂਟ ਨਹੀਂ ਡਿਫੈਂਸ ਦੀ, ਪੈਗਾਸਸ ਵਰਗੇ ਸੌਫਟਵੇਅਰ ਯੂਜ਼ ਕਰਕੇ ਅਸੀਂ ਸੁਪਰੀਮ ਕੋਰਟ ਦੇ ਜੱਜਾਂ ਦੀ ਤਾਂ ਜਸੂਸੀ ਕਰ ਰਹੇ ਹਾਂ। ਤਾਂ ਸਾਨੂੰ ਇਹ ਨਹੀਂ ਪਤਾ ਵੀ ਪਿੰਡ ਤੋਂ ਇੱਕ ਅਨਪੜ੍ਹ ਜੱਟ ਯਾਰ ਲਾਲ ਕਿਲੇ ਨਹੀਂ ਪਹੁੰਚ ਸਕਦਾ, ਜਿਹੜਾ ਬਠਿੰਡੇ ਨਹੀਂ ਕਦੀ ਗਿਆ ਤਪਾ ਮੰਡੀ ਤੋਂ, ਹੈ ਉਹ ਕਿਤੇ GPS ਯੂਜ਼ ਕਰਦਾ, ਉਹ ਤਾਂ ਗਲਤ ਸੜਕ ਮੁੜ ਗਿਆ, ਤੇ ਲਾਲ ਕਿਲੇ ਛੱਡੋ ਤਾਂ ਮੋਦੀ ਦੇ ਘਰੇ ਵੀ ਪਹੁੰਚ ਜਾਂਦਾ ਹੈ। ਤਾਂ ਇਹਨਾਂ ਨੇ ਪ੍ਰੋਟੈਕਟ ਨਹੀਂ ਸੀ ਕਰਨਾ ਆਪਣੀ ਰਾਜਧਾਨੀ ਨੂੰ, ਹੈ। ਤਾਂ ਇਹ ਪਹੁੰਚਾਏ ਕਿਉਂ ਗਏ, ਇਕੱਠੇ ਕਿਉਂ ਕੀਤੇ ਗਏ? ਤਾਂ ਕਿ ਉਹ ਵੀਡੀਓ ਵਿਖਾ ਕੇ ਹਿੰਦੂ ਇੰਡੀਆ ਨੂੰ ਪ੍ਰੋਗਰਾਮ ਕਰਦੇ ਰਹਿਣ ਕਿ ਇਹ ਅੱਤਵਾਦੀ ਨੇ, ਇਹ ਦੇਸ਼ ਦੀ ਖਤਰਾ ਨੇ, ਕਬਜ਼ਾ ਕਰਨਾ ਚਾਹੁੰਦੇ ਨੇ। ਜਿਵੇਂ ਕਿ ਤੁਸੀਂ ਪਹਿਲਾਂ ਦੇਖੀ ਹੋਣੀ ਵੀਡੀਓ, ਕਸ਼ਮੀਰ ਦੇ ਵਿੱਚ ਇੱਕ ਵਾਰ ਪੋਲਿੰਗ ਹੋਈ ਔਰ ਆਪਣੇ CRPF ਔਰ ਫੌਜ ਦੇ ਜਵਾਨ EVM ਚੱਕੀ ਲਿਜਾ ਰਹੇ ਨੇ, ਔਰ ਕਸ਼ਮੀਰੀ ਜਵਾਨ ਉਹਨਾਂ ਨੂੰ ਲੱਤਾਂ ਮਾਰ ਰਹੇ ਨੇ। ਉਹਨਾਂ ਨੂੰ ਲੱਤਾਂ ਕਿਉਂ ਮਾਰ ਰਹੇ ਨੇ, ਇਹ ਤਾਂ ਸਾਡੇ ਕਿਸੇ ਦੇ ਦਿਮਾਗ 'ਚ ਆਇਆ ਨਹੀਂ, ਕਿਸੇ ਹਿੰਦੂ ਭਰਾ ਦੇ ਜਾਂ ਉਸ ਸੰਘੀ ਭਰਾ ਦੇ, ਖਾਕੀ ਨਿੱਕਰ ਵਾਲੇ ਕਿਸੇ ਭਰਾ ਦੇ, ਕਿ ਇਹ ਲੱਤ ਕਿਉਂ ਮਾਰ ਰਿਹਾ ਹੈ। ਕੀ ਇਹਦੀ ਭੈਣ ਨਾਲ ਬਲਾਤਕਾਰ ਤਾਂ ਨਹੀਂ ਕੀਤਾ ਇਸ ਫੌਜੀ ਨੇ, ਹੈ? ਇੰਨੇ ਜਿੱਥੇ ਅਫਸਫਾ ਲੱਗੀ ਹੈ, ਫੌਜ ਕੀ ਕੁਕਰਮ ਕਰਦੀ ਹੈ। ਹੁਣ ਤੁਹਾਡੇ ਸਾਹਮਣੇ ਨਾਗਾਲੈਂਡ ਦੇ ਵਿੱਚ ਨਿਹੱਥੇ ਲੇਬਰ ਵਾਲੇ ਬੰਦੇ ਮਾਰਤੇ। ਉਹ ਸਾਡੇ ਕਿਸੇ ਦਾ ਵੀ ਭਰਾ ਹੋ ਸਕਦਾ ਸੀ, ਕਿਸੇ ਦਾ ਵੀ ਹੋ ਸਕਦਾ ਸੀ। ਅੱਜ ਸਾਡੇ ਬੱਚੇ ਦੇਸ਼ ਭਰ ਦੇ ਵਿੱਚ ਕੰਮ 'ਚ ਜਾ ਰਹੇ ਨੇ। ਸਾਡੇ ਸਿਵਲ ਇੰਜੀਨੀਅਰ ਵੀ, ਚਾਹੇ ਮੈਂ ਨਹੀਂ ਕਹਿੰਦਾ ਕੱਲੀ ਲੇਬਰ, ਈਵਨ ਜੇ ਤੁਹਾਡਾ ਕੋਈ ਵਾਈਟ ਕਾਲਰ ਜੌਬ ਤੇ ਹੈ ਬੱਚਾ, ਉਹ ਵੀ ਕਿਤੇ ਵੀ ਜੌਬ ਕਰ ਰਿਹਾ ਹੋ ਸਕਦਾ। ਤੁਹਾਡੀ ਜੌਬ ਸਿਕਿਉਰਿਟੀ ਇੰਨੀ ਹੈ ਕਿ ਤੁਹਾਨੂੰ ਫੌਜ ਵੀ ਮਾਰ ਸਕਦੀ ਹੈ। ਕੀ ਮਜ਼ਾਕ ਬਣਾ ਰੱਖਿਆ ਜੀ ਇਹ? ਤਾਂ ਉਹ ਕਸ਼ਮੀਰੀ ਨੇ ਕਿਉਂ ਚਪੇੜ ਮਾਰੀ ਹੋਣੀ ਹੈ? ਕੀ ਅਤਿਆਚਾਰ ਕਰ ਰਹੀ ਹੈ ਉਹਦੇ ਨਾਲ ਫੌਜ? ਇਹਦਾ ਤਾਂ ਸਵਾਲ ਆਇਆ ਨਹੀਂ। ਉਹਨਾਂ ਨੇ ਉਹ ਵੀਡੀਓ ਬਣਾ ਕੇ ਉਹਨਾਂ ਨੂੰ ਦਿਖਾਈਆਂ ਵੀ ਫੌਜ ਕੌਣ? ਦੇਸ਼ ਭਗਤ। ਫੌਜ ਨੂੰ ਮਾਰਨ ਵਾਲਾ ਕੌਣ? ਦੇਸ਼ ਦਰੋਹੀ। ਉਹ ਹੈ ਕੌਣ? ਕਸ਼ਮੀਰੀ ਕੌਣ? ਮੁਸਲਮਾਨ। ਦੇਖੋ ਕਨੈਕਟ ਕਰਦੇ ਕਿਵੇਂ ਜੀ ਉਹ। ਐਵੇਂ ਇਹ ਤੁਹਾਨੂੰ WhatsApp ਤੇ ਭੇਜ ਕੇ, ਚਾਹੇ ਉਹ ਨਫ਼ਰਤ ਫੈਲਾ ਰਹੇ ਦੰਗੇ ਕਰਵਾਏ, ਦਿੱਲੀ 'ਚ ਕਰਵਾਏ ਨਹੀਂ ਜੀ ਭਾਜੀ। ਦਿੱਲੀ 'ਚ ਇਲੈਕਸ਼ਨਾਂ ਵੇਲੇ 2020 'ਚ ਹੈ ਜੀ, ਦੁਨੀਆ ਕਰੋਨਾ ਨਾਲ ਜੂਝਣ ਨੂੰ ਫਿਰ ਰਹੀ ਸੀ ਉਦੋਂ। ਵੀ ਕੋਈ ਮੁਲਕ ਸੋਚ ਰਿਹਾ ਲਾਕਡਾਊਨ ਲਾਵਾਂ, ਕੋਈ ਕੀ ਸੋਚ ਰਿਹਾ, ਕੋਈ ਡਾਕਟਰਾਂ ਨੂੰ ਫੰਡਿੰਗ ਦੇ ਰਹੇ ਨੇ ਵੀ ਭਾਈ ਇਹਨੂੰ ਜਾਂਚ ਕਰੋ, ਤੇ ਸਾਡਾ ਮੁਲਕ ਦੰਗਾ ਕ੍ਰੀਏਟ ਕਰ ਰਿਹਾ, ਉਹ ਵੀ ਦੇਸ਼ ਦੀ ਰਾਜਧਾਨੀ ਦੇ ਵਿੱਚ। ਅਸੀਂ ਸੇਫ ਨਹੀਂ ਹੈ। ਕਿਸਾਨ ਸੇ ਬਹੁਤ ਸੋਹਣੀਆਂ ਤੁਸੀਂ ਗੱਲਾਂ ਕੀਤੀਆਂ, ਬਹੁਤ ਵਿਸਥਾਰ ਦੇ ਨਾਲ। ਉਹ ਸਭ ਦੇ ਵਾਸਤੇ ਕੀਮਤੀ ਨੇ, ਜਿਹੜੇ ਬਾਕੀ ਖਿੱਤਿਆਂ ਨਾਲ ਕਾਰੋਬਾਰਾਂ ਨਾਲ ਜੁੜੇ ਲੋਕ ਆ, ਉਹਨਾਂ ਵਾਸਤੇ ਬਹੁਤ ਕੀਮਤੀ ਆ। ਕਿਸਾਨ ਸੰਘਰਸ਼ ਤੋਂ ਬਾਅਦ ਕੁਛ ਨਾ ਕੁਛ ਤੁਹਾਨੂੰ ਲੱਗਦਾ ਵੀ ਕੋਈ ਨੈਸ਼ਨਲ ਮੀਡੀਆ ਗੱਲ ਇੱਥੇ ਆਇਆ, ਉਹੀ ਭਾਊ ਜਿਹੜਾ ਇੱਕ ਨੈਸ਼ਨਲ ਮੀਡੀਆ ਦਾ ਕਿਸਾਨਾਂ ਨੇ ਗੱਲ 'ਚ ਵੀ ਸਰੋਪਾ ਪਾਤਾ ਵੀ ਤੂੰ ਸਾਨੂੰ ਬਹੁਤ ਬਦਨਾਮ ਕੀਤਾ, ਲੈ ਪੁੱਤ ਘਰੇ ਬੰਨ ਲਿਆ ਕਰੀ, ਜਦੋਂ ਸਿਆਲਾਂ ਚੜ੍ਹ ਕੇ ਕੰਨਾਂ ਨੂੰ ਹਵਾ ਵੱਜੂਗੀ। ਤਾਂ ਕੀ ਲੱਗਦਾ ਵੀ ਇਹਨਾਂ ਦੀ ਮੈਂਟੈਲਿਟੀ ਥੋੜ੍ਹਾ ਬਹੁਤ ਫਰਕ ਪਊਗਾ ਐਡੀ ਵੱਡੀ ਜਿੱਤ ਤੋਂ ਬਾਅਦ, ਜਾਂ ਇਹਨਾਂ ਨੇ ਉਹੀ ਰਹਿਣਾ ਬਸ ਇੱਕੋ ਥਾਲੀ ਦੇ ਹੀ? ਦੇਖੋ ਜੀ, ਪਹਿਲਾਂ ਤਾਂ ਸਾਡੇ ਲੋਕਾਂ ਦੇ, ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਹੈ ਕਿ ਜਿਹਨੇ ਉਹਨਾਂ ਨੂੰ ਭੰਡਿਆ, ਕੋਈ ਜਗ੍ਹਾ ਨਹੀਂ ਛੱਡੀ, ਉਹਨੂੰ ਵੀ ਉਹਨਾਂ ਨੇ ਮਾਣ ਦਿੱਤਾ ਹੈ ਜੀ। ਧੰਨ ਨੇ ਜੀ ਇਹ ਲੋਕ। ਇਹ ਨਾ ਮੁਰੇ ਕੌਣ ਟਿਕ ਸਕਦਾ ਜੀ? ਮੋਦੀ ਸ਼ਾਹ ਕੀ ਚੀਜ਼ਾਂ ਨੇ, ਹੈ। ਦੂਜੀ ਗੱਲ ਭਾਜੀ, ਤੁਸੀਂ ਜਿਹੜਾ ਇਹਨਾਂ ਨੇ ਦੇਖੋ, ਮੈਂ ਤਾਂ ਇਹ ਮੰਨ ਆਪਣੇ ਦੁਸ਼ਮਣ ਨੂੰ, ਇਹ ਦੁਸ਼ਮਣ ਹੈ ਜੀ ਵਿਚਾਰਧਾਰਾ, ਕੋਈ ਇੰਡੀਵਿਜੂਅਲ ਕੋਈ ਨਹੀਂ। ਮੋਦੀ ਕੀ ਹੈ ਜੀ? ਉਹ ਇੱਕ ਵਿਚਾਰਧਾਰਾ।
ਠੀਕ ਹੈ ਜੀ। ਉਹਨੇ ਕੱਲ ਨੂੰ ਰਹਿਣਾ ਨਹੀਂ, ਉਹਦੀ ਉਮਰ ਹੋ ਰਹੀ ਹੈ, ਉਹ ਹੋਰ ਨਹੀਂ 5 ਸਾਲ 10 ਸਾਲ ਜੇ ਬਾਦਲ ਸਾਹਿਬ ਹੋਇਆ ਤਾਂ 20 ਸਾਲ ਲੁੱਟ ਲੂਗਾ, ਸਾਨੂੰ ਤਾਂ ਮਾਰ ਲੂਗਾ। ਹੋਰ ਉਹਨੇ ਕਿਸੇ ਦਿਨ ਜਾਣਾ, ਪਰ ਉਹਨੇ ਅਗਲਾ ਤਿਆਰ ਕਰਕੇ ਜਾਣਾ ਉਸ ਵਿਚਾਰਧਾਰਾ ਦਾ। ਤੇ ਨਾ ਨੁਕਸਾਨ ਹੈ ਉਸ ਵਿਚਾਰਧਾਰਾ ਜਿਹੜੀ ਇਹਨਾਂ ਨੂੰ ਵੋਟ ਪਾਉਂਦੀ ਹੈ, ਜਿਹੜੀ ਗੋਬਰ ਖਾਨ ਤੇ ਤਿਆਰ ਹੋਈ ਵੀ ਹੈ। ਮੈਂ ਇੰਡੀਆ ਨੂੰ ਦੱਸ ਦੇਣਾ ਚਾਹਾਂਗਾ, ਹੌਲੀ ਹੌਲੀ ਤੁਹਾਡੇ ਕੋਲ ਤੁਹਾਡੇ ਈਜ਼ੀ ਡੇ ਮੋੜ ਦੇ ਵਿੱਚ ਗੋਬਰ ਦੀਆਂ ਤੁਹਾਨੂੰ ਕੈਂਡੀਜ਼ ਮਿਲਿਆ ਕਰਨਗੀਆਂ, ਤੁਸੀਂ ਉਹ ਵੀ ਖਾਓਗੇ, ਤੁਹਾਨੂੰ ਗੋਬਰ ਖਵਾ ਕੇ ਅੰਦਰ ਬੈਠੇ ਹੱਸਦੇ ਹੋਣੇ ਆ। ਠੀਕ ਹੈ ਵੀ ਅੱਜ ਗੋਹਾ ਖਵਾਤਾ, ਮੂੰਹ ਤੇ ਪਿਆਤਾ ਇਹਨਾਂ ਨੂੰ। ਠੀਕ ਹੈ, ਤਾਂ ਉਹਨਾਂ ਨੇ ਆਪਣਾ ਕੰਮ ਕਰਨਾ ਜੀ। ਮੈਂ ਤਾਂ ਉਸ ਵਿਚਾਰਧਾਰਾ ਨੂੰ ਦੁਸ਼ਮਣ ਮੰਨ ਕੇ ਚੱਲਦਾ, ਕਿਉਂਕਿ ਉਹ ਇਨਸਾਨੀਅਤ ਦੀ ਵੈਰੀ ਹੈ। ਹਿਟਲਰ ਨੇ 1 ਕਰੋੜ ਬੰਦਾ ਮਰਵਾਇਆ ਸੀਗਾ ਜੀ। ਤੁਸੀਂ ਉਦੋਂ ਦੀ ਵਰਲਡ ਦੀ ਆਬਾਦੀ ਲਾ ਲਓ ਕਿੰਨੀ ਸੀ, ਉਹਦੀ ਪਰਸੈਂਟੇਜ ਕੱਢ ਲਓ, ਤੇ ਅੱਜ ਮੋਦੀ ਸਾਹਿਬ ਦਾ ਪਤਾ ਨਹੀਂ ਕੀ ਟਾਰਗੇਟ ਹੈ, ਇਹ ਤਾਂ ਹੀ ਜਾਣਦੇ। ਹੁਣ ਇਹ ਹਿਟਲਰ ਵਾਲਾ ਟਾਰਗੇਟ ਮੈਨੂੰ ਯਕੀਨ ਹੈ ਕਰੋਨਾ 'ਚ ਪੂਰਾ ਕਰਕੇ ਉਹ, ਕਿਉਂਕਿ ਨਦੀਆਂ 'ਚ ਰੁੜਦੀਆਂ ਸੀ ਲਾਸ਼ਾਂ, ਸਾਡੇ ਕੋਲ ਲੱਕੜ ਮੁੱਕ ਗਈ ਸੀ ਆਪਣੇ ਬੰਦੇ ਫੂਕਣ ਨੂੰ, ਇੰਨੀ ਬੁਰੀ ਹਾਲਤ ਹੋਈ। ਹਿਟਲਰ ਉਹਨਾਂ ਨੇ ਤਾਂ ਫਿਰ ਵੀ ਸਾਰੇ ਦਫਨ ਕਰਤੇ ਸੀ। ਤਾਂ ਇਹਨਾਂ ਦੇ ਕੁਝ ਬੰਦੇ ਜਿਹੜੇ ਅੰਧ ਭਗਤ ਆ, ਸੰਘੀ ਆ ਭਾਵ ਜਿਹੜੇ ਗੋਬਰ ਖਾਣ ਵਾਲਾ ਮਹਿਕਮਾ, ਇਹ ਕਹਿੰਦੇ ਆ ਜੀ ਕਿਸਾਨ ਹੈ ਟੁਕੜੇ ਟੁਕੜੇ ਗੈਂਗ ਆ। ਕਦੇ ਜਿਹੜੇ ਉਹ ਜਿਹੜਾ ਧਾਰਾ 370 ਦਾ ਹੈਗਾ ਉਹ ਅਧਿਕਾਰ ਹੈ, ਬੜਾ ਸ਼ਾਂਤਮਈ ਸੰਘਰਸ਼ ਚੱਲ ਰਿਹਾ ਸੀ, ਉਹਨੂੰ ਬਦਨਾਮ ਕਰਨ 'ਚ ਇਹ ਕਾਮਯਾਬ ਹੋ ਗਏ, ਉਹਨਾਂ ਨੂੰ ਉਠਾਉਣ 'ਚ ਕਾਮਯਾਬ ਹੋ ਗਏ। ਤਾਂ ਕਹਿੰਦੇ ਟੁਕੜਾ ਟੁਕੜਾ ਗੈਂਗ ਹੈ। ਅਸਲ ਟੁਕੜਾ ਟੁਕੜਾ ਗੈਂਗ ਤਾਂ ਇਹ ਹੈ ਜੇ ਇਹ ਜੇ ਰਾਜ ਕਰਦੇ ਰਹੇ ਤਾਂ ਜਿੱਦਾਂ ਆਪਣੇ ਓਸ਼ੋ ਨੇ ਕਿਹਾ ਸੀ ਵੀ ਕਈ ਟੁਕੜੇ ਹੋਣੇ ਆ ਇਸ ਮੁਲਕ ਦੇ, ਤਾਂ ਇਹ ਉਸੇ ਰਾਹ ਤੇ ਚੱਲ ਰਹੇ ਆ। ਪਹਿਲਾਂ ਭਾਜੀ ਜਦੋਂ ਕਾਂਗਰਸ ਦਾ ਟਾਈਮ ਸੀ ਨਾ, ਕਾਂਗਰਸ ਵਾਲਿਆਂ ਨੇ ਤਾਜੀ ਗੋਰਿਆਂ ਤੋਂ ਸਿੱਖਿਆ ਸੀ ਲੁੱਟਣਾ। ਤਾਂ ਗੋਰੇ ਇੰਨੇ ਜ਼ਾਲਮ ਨਹੀਂ ਸੀਗੇ, ਗੋਰਿਆਂ ਦੇ ਟਾਵਾਂ ਕੰਮ ਹੁੰਦਾ ਸੀ। ਕਿਤੇ ਜਲਿਆਂਵਾਲਾ ਬਾਗ ਹੋਇਆ, ਕਿਤੇ ਅਫਰੀਕਾ 'ਚ ਮਾਰੇ, ਉਹ ਕਿਤੇ ਦੁਨੀਆ, ਕਿਉਂਕਿ ਉਹਨਾਂ ਦੇ ਮੁਲਕ ਦੇ ਵਿੱਚ ਹਿਊਮਨ ਰਾਈਟਸ ਦੀ ਵੈਲਿਊ ਉਦੋਂ ਵੀ ਸੀ, ਤਾਂ ਉਹ ਕੋਸ਼ਿਸ਼ ਕਰਦੇ ਸੀ ਇਹ ਤੋਂ ਖਬਰ ਨਾ ਟਰੈਵਲ ਹੋਵੇ, ਤਾਂ ਉਹ ਕੁਛ ਨਾ ਕੁਛ ਉਹ ਫਿਰ ਵੀ ਘੱਟ ਜ਼ਾਲਮ। ਇਹਨਾਂ ਲੋਕਾਂ ਨੇ ਸਾਨੂੰ ਇਸ ਕਦਰ ਪ੍ਰੋਗਰਾਮ ਕਰਤਾ। ਕਾਂਗਰਸ ਜਦੋਂ ਸੀਗੀ, ਕਾਂਗਰਸ ਵੇਲੇ ਵੀ ਇਹ ਰਾਜੀਵ ਗਾਂਧੀ ਦਾ ਇੱਕ ਵਾਰ ਬਿਆਨ ਸੀਗਾ ਕਿ ਭਾਈ 100 ਰੁਪਏ 'ਚੋਂ 5 ਰੁਪਏ ਪਬਲਿਕ ਤੱਕ ਜਾਂਦੇ ਨੇ। ਮੈਂ ਜੀ ਜਿੰਨਾ ਕਿ ਮੈਂ ਹੁਣ ਮੋਦੀ ਸਰਕਾਰ ਦਾ ਤੇ ਤੁਹਾਨੂੰ ਨਾਲੇ ਦਾ ਐਗਜ਼ਾਮਪਲ ਦੱਸ ਕੇ ਹਟਿਆ ਵੀ ਕਿਵੇਂ ਉਹ 'ਚ ਸੁਰਮਾ ਹੀ ਆ, ਹੁਣ ਨਿਰਾ ਭੁਰਦਾ ਜਾਂਦਾ, ਇਹ ਰੁਪਈਆ ਵੀ ਨਹੀਂ ਪਹੁੰਚ ਰਿਹਾ। ਉਹ ਭੁੱਖ ਇੰਨੀ ਵੱਧ ਗਈ, ਉਹ ਭੁੱਖ ਤੱਕ ਤੁਸੀਂ ਨਾ ਪਹੁੰਚੋ, ਜਿਵੇਂ ਪੱਤਰਕਾਰ ਨਾ ਜਾਵੇ, ਪਬਲਿਕ ਤਾਂ ਦੂਰ ਦੀ ਗੱਲ ਹੈ, ਪਹਿਲਾਂ ਪੱਤਰਕਾਰ ਨੂੰ, ਕਿਉਂਕਿ ਪੱਤਰਕਾਰਾਂ ਦਾ ਪਬਲਿਕ ਨੂੰ ਦੱਸਣਾ, ਤਾਂ ਪੱਤਰਕਾਰ ਨੂੰ ਹੋਰ ਮੁੱਦੇ ਕ੍ਰੀਏਟ ਕਰਤੇ, ਕਿਤੇ ਦੰਗਾ ਕ੍ਰੀਏਟ ਕਰਤਾ, ਕਿਤੇ ਦਲਿਤਾਂ ਨਾਲ, ਕਿਤੇ ਹਿੰਦੂਆਂ ਨਾਲ, ਮੁਸਲਮਾਨਾਂ ਨਾਲ, ਤਾਂ ਕਿ ਤੁਸੀਂ ਇਸ ਚੀਜ਼ ਤੋਂ ਤੁਸੀਂ ਇਹ ਨਾ ਕਵਰ ਕਰੋ, ਕਿਉਂਕਿ ਆਪਾਂ ਨੂੰ ਇੱਕਦਮ ਜਿਹੜੀ ਮੌਤ ਅੱਜ ਹੋਈ ਆ ਉਹ ਜ਼ਿਆਦਾ ਜ਼ਰੂਰੀ ਹੈ ਕਵਰ ਕਰਨੀ। ਆਪਾਂ ਉੱਧਰ ਚੱਲ ਜਾਂਗੇ, ਉਹ ਤੋਂ ਹਟਦੇ ਨਹੀਂ, ਆਪਾਂ ਨਵਾਂ ਕਾਂਡ ਕਰ ਦਿੰਦੇ ਨੇ। ਤਾਂ ਇੱਕ ਫਿਲਮ ਚਲਾਈ ਹੋਈ ਹੈ ਮੋਦੀ ਨੇ, ਉਹ ਫਿਲਮ 'ਚ ਐਂਟਰਟੇਨਮੈਂਟ ਦਾ ਲੈਵਲ ਥੱਲੇ ਜਾਂਦਾ ਹੀ ਨਹੀਂ ਕਿ ਤੁਸੀਂ ਸੋਚੋ ਕੁਝ ਕਿ ਮੇਰੇ ਜੇ ਮੈਂ ਬੱਚਾ ਘਰ 'ਚ ਕੋਈ ਬਿਮਾਰ ਜਾਂ ਕੋਈ ਬਜ਼ੁਰਗ ਬਿਮਾਰ ਹੋ ਗਿਆ ਤਾਂ ਮੇਰੀ ਔਕਾਤ ਹੈਗੀ ਆ ਇਲਾਜ ਕਰਾਉਣ ਦੀ, ਮੇਰੇ ਕੋਲ ਸਿਕਿਉਰਿਟੀ ਕੀ ਆ। ਮੈਂ ਜੇ ਬਈ ਬੱਚੇ ਮੇਰੇ ਸਕੂਲ ਦੇ ਵਿੱਚ ਜਾਂਦੇ ਨੇ, ਇਹ ਇੰਨੀਆਂ ਫੀਸਾਂ ਹੋ ਗਈਆਂ, ਸਾਰਾ ਕੁਝ ਹੈ, ਇਹ ਮੇਰੀ ਜਿਹੜੀ ਆਮਦਨ ਹੈ ਕਿ ਉਹਦੇ ਹਿਸਾਬ ਨਾਲ ਵੱਧ ਰਹੀ ਹੈ, ਜਿਸ ਹਿਸਾਬ ਨਾਲ ਸਕੂਲ ਦੀ ਫੀਸ ਵੱਧ ਰਹੀ ਹੈ ਜਾਂ ਪੈਟਰੋਲ ਦਾ ਰੇਟ ਵੱਧ ਰਿਹਾ ਹੈ ਜੀ, ਉਹਦੇ ਹਿਸਾਬ ਨਾਲ। ਹੁਣ ਇੱਕ ਮੰਤਰੀ ਇਹਨਾਂ ਦੇ ਦੇਖੋ ਪ੍ਰਚਾਰ ਕਿਵੇਂ ਕਰਦੇ ਨੇ, ਇੱਕ ਇਹਨਾਂ ਦਾ ਮੰਦਬੁੱਧੀ ਮੰਤਰੀ ਯੂਪੀ ਦਾ ਸੀਗਾ ਕਿ ਪਤਾ ਨਹੀਂ ਯੂਨੀਅਨ ਮਿਨਿਸਟਰੀ ਦਾ, ਉਹ ਸਾਰੀ ਮੰਦਬੁੱਧੀ ਨੇ ਯਾਦ ਨਹੀਂ ਰਹਿੰਦਾ ਕੌਣ ਕੀ ਕਹਿ ਗਿਆ। ਤਾਂ ਉਹ ਕਹਿ ਗਿਆ ਜੀ ਕਿ ਕਹਿੰਦਾ ਇੰਨੇ ਸਾਲ ਪਹਿਲਾਂ 65 ਰੁਪਏ ਰੇਟ ਸੀ ਪੈਟਰੋਲ ਦਾ, ਅੱਜ ਤਾਂ ਡਬਲ ਹੋਣਾ ਚਾਹੀਦਾ, 130 ਤਾਂ ਘੱਟ ਹੈ। ਭਾਈ ਉਹਨੂੰ ਪੁੱਛੇ ਕਿ ਉਦੋਂ ਤੇ ਨਾਲੋਂ ਅੱਜ ਦਿਹਾੜੀ ਦਾ ਰੇਟ ਡਬਲ ਹੋ ਗਿਆ ਕਿਆ ਹੈ? ਜਿਹੜੀ ਮਿਨੀਮਮ ਵੇਜ ਮਿਲਦੀ ਹੈ ਸਰਕਾਰ ਵੱਲੋਂ ਉਹ ਡਬਲ ਕਰਤੀ, ਭਾਰਤ ਸਰਕਾਰ ਨੇ ਡਬਲ ਕਰਤੀ ਹੈ ਜੀ। ਭਾਰਤ ਸਰਕਾਰ ਨੇ ਤਾਂ ਕਮਾਈ ਦਿਹਾੜੀਦਾਰ ਦੀ ਤਾਂ ਡਬਲ ਨਹੀਂ ਕੀਤੀ, ਪੈਟਰੋਲ ਦਾ ਰੇਟ ਤੁਸੀਂ ਡਬਲ ਕਰਤਾ ਹੈ ਨਾ। ਉਹ ਤੁਹਾਨੂੰ ਉਲਝਾਉਂਦੇ ਆ, ਜੀ। ਫਿਰ ਤੁਹਾਡੀ ਮਜਬੂਰੀ ਹੋ ਜਾਂਦੀ ਹੈ ਸਾਨੂੰ ਉਲਝਾਉਣਾ ਪੱਤਰਕਾਰ ਦਾ। ਅਸੀਂ ਤਾਂ ਪਹਿਲਾਂ ਹੀ ਉਲਝੇ ਹੋਏ ਆ, ਸਾਡੀ ਤਾਂ ਦਿਹਾੜੀ ਨਹੀਂ ਪੂਰੀ ਹੋ ਰਹੀ, ਸਾਨੂੰ ਤਾਂ ਰਾਤ ਨੂੰ ਇਹ ਫਿਕਰ ਹੈ ਵੀ ਘਰੇ ਰੋਟੀ ਪਕੂ। ਹੁਣ ਨੋਟਬੰਦੀ ਹੈ, ਇੱਕ ਇੰਨੀ ਸਾਡੀ IQ ਦਾ ਲੈਵਲ ਹੈ ਸਾਡਾ ਕਿ ਲੇਬਰ ਵਾਲਾ 12 ਵਜੇ ਵਿਹਲਾ ਬੈਠਾ, ਕਿਉਂਕਿ ਉਹਦੇ ਮਾਲਕ ਦੇ ਤਾਂ ਪੈਸੇ ਵੇਸਟ ਹੋ ਗਏ, 1500 ਦੇ ਨੋਟ, ਹੁਣ ਤਾਂ ਜਦ ਨਵੇਂ ਆਉਣਗੇ ਜਦ ਦਊਗਾ ਦਿਹਾੜੀ। ਉਹ ਦਿਹਾੜੀ 'ਤੇ ਬੈਠਾ ਦੁਪਹਿਰੇ 12 ਵਜੇ 10 ਰੁਪਏ ਦੀ ਧਾਰ ਚਾਹ ਪੀ ਕੇ, ਉਹਨੂੰ ਜਾ ਕੇ ਪੁੱਛਿਆ ਵੀ ਨੋਟਬੰਦੀ किया है, इसका क्या तुम्हें क्या लगता है क्यों किया है? कहना मजा आ गया जी, सब बाबू लोग का पैसा खत्म हो जाएगा। ਉਹਨੇ ਇਹ ਨਹੀਂ ਦੇਖਿਆ ਬੰਦੇ ਨੇ ਕਿ ਅੱਜ ਮੈਂ 400 ਰੁਪਈਆ ਜੇ ਮੇਰੀ ਉਸ ਟਾਈਮ ਦਿਹਾੜੀ ਸੀ ਆਪਣੇ ਪੰਜਾਬ 'ਚ, ਉਹ ਵੀ ਸਾਰੇ ਦੇਸ਼ 'ਚੋਂ ਵੱਧ ਆ, ਅਸੀਂ ਕੈਨੇਡਾ ਅਮਰੀਕਾ ਇਹ ਐਵੇਂ ਸਾਡੇ ਏਸੀਆਂ ਤੋਂ ਡਰੀ ਜਾਂਦੇ ਨੇ ਯਾਰ। ਤਾਂ ਉਹ 400 ਰੁਪਏ ਦਿਹਾੜੀ ਉਹਦੀ ਗਈ, 10 ਰੁਪਏ ਚਾਹ ਦਾਰ ਪੀਤੀ, ਮਾਈਨਸ 410 ਹੋ ਕੇ ਉਹ ਇਹ ਖੁਸ਼ ਹੋ ਰਿਹਾ ਕਿ ਬੜੇ ਬੰਦਿਆਂ ਦੇ ਪੈਸੇ ਗਾਇਬ ਹੋਣਗੇ, ਜੋ ਕਿ ਕਿਸੇ ਦੇ ਨਹੀਂ ਹੋਏ, ਤੁਹਾਡੇ ਸਾਹਮਣੇ ਆ, ਕਿਸੇ ਦੇ ਨਹੀਂ ਹੋਏ। ਠੀਕ ਹੈ ਜੀ, ਉਹਨਾਂ ਦੀ ਖਾਤਿਆਂ 'ਚ ਉਹ ਵਾਈਟ ਕਰ ਗਏ। ਉਹ 410 ਰੁਪਏ ਗਵਾ ਕੇ ਖੁਸ਼ ਹੋ ਰਿਹਾ। ਧਰਮ ਜਾਤ ਇਹੋ ਜਿਹਾ ਨਸ਼ਾ ਜੀ ਹੈ, ਇਹ ਅਫੀਮ ਨਾਲੋਂ ਖਤਰਨਾਕ ਨਸ਼ਾ ਹੈ ਵੀ ਉਹਨੇ ਆਪਣੀ ਰਾਤ ਨੂੰ ਘਰੇ ਰੋਟੀ ਪਕਣੀ ਹੈ ਨਹੀਂ ਪਤਾ, ਪਰ ਉਹ ਖੁਸ਼ ਕਰਤਾ ਮੋਦੀ ਜੀ ਨੇ।
ਹਨਾ ਜੀ, ਜਿਹਦੇ ਨਾਲ ਉਹਨੂੰ ਇਹ ਐਵੇਂ ਸਾਨੂੰ ਪ੍ਰੋਗਰਾਮ ਕਰਦੇ ਨੇ ਜੀ। ਬਿਲਕੁਲ ਤਾਂ ਬਾਈ ਨੇ ਵਿਸਤਾਰ ਨਾਲ ਦੱਸਿਆ ਵੀ ਆਖਰ ਦੇਸ਼ ਦੀ ਜਨਤਾ ਨੂੰ ਭਾਰਤੀ ਪ੍ਰਧਾਨ ਮੰਤਰੀ ਹਰ ਮੋਦੀ ਜਿਹਦੀ ਤੁਲਨਾ ਜਿਹੜੀ ਆ ਉਹ ਆਪਣੇ ਦੇਵਤਿਆਂ ਦੇ ਨਾਲ ਵੀ ਕਰ ਰਹੇ ਨੇ, ਜਿਹੜੇ ਅੰਧ ਭਗਤ ਨੇ, ਅੰਨੇ ਭਗਤ ਨੇ ਮੋਦੀ ਦੇ, ਤਾਂ ਰਿਐਲਿਟੀ ਕੀ ਹੈ, ਇਹੋ ਜਿਹੇ ਕਿੰਨਾ ਕੁ ਨੁਕਸਾਨ ਪਹੁੰਚਾਉਂਦੇ ਇਸ ਤਰ੍ਹਾਂ ਦੀਆਂ ਸਰਕਾਰਾਂ ਜਿਹੜੀਆਂ ਲੋਕਾਂ ਨੇ ਚੁਣੀਆਂ ਹੋਈਆਂ ਨੇ, ਉਹ ਕਿੰਨੀਆਂ ਜਿਹੜੀਆਂ ਆਪਣੇ ਆਪ ਨੂੰ ਇਮਾਨਦਾਰ ਕਹਿੰਦੀਆਂ ਸੀ ਤੇ ਇਮਾਨਦਾਰੀ ਕਿੱਡੀ ਕੁ ਤਗੜੀ ਹੈਗੀ ਆ। ਤਾਂ ਦੇਖਦੇ ਰਹੋ KTV UK ਦਿੱਲੀ ਬਾਰਡਰ ਤੇ ਇਸ ਵਕਤ ਅਸੀਂ ਡਟੇ ਹੋਏ ਹਾਂ।